GIC ਬੱਚੇ ਨੇ ਪੇ ਕਰਨਾ ਹੁੰਦਾ। ਫੀਸ ਹੈ ਜਿਹੜੀ ਬੱਚੇ ਦੀ $10,000 ਤੋਂ ਸਟਾਰਟ ਹੋ ਜਾਂਦੀ ਹੈ। ਜਿੰਨੇ ਪੈਕੇਜ ਕਰਨਾ ਕੋਈ ਵੀ ਕੰਸਲਟੈਂਟ ਕਦੇ ਵੀ ਗਗਨ ਜੀ ਕੋਲੋਂ ਪੈਸੇ ਨਹੀਂ ਲਾਊਗਾ। ਜੇ ਕੋਈ ਲਾਊਗਾ ਤਾਂ ਕੋਈ ਬੈਨੀਫਿਟ ਦੇਖੂਗਾ, ਕਿਉਂਕਿ ਹਰੇਕ ਦਾ ਬਿਜ਼ਨਸ ਹੈ, ਜਿਵੇਂ ਸਾਡਾ ਵੀ ਬਿਜ਼ਨਸ ਹੈ, ਹਰੇਕ ਕੰਸਲਟੈਂਟ ਦਾ ਬਿਜ਼ਨਸ ਹੈ। ਸੋ ਉਹਨੇ ਕੀ ਕਰਨਾ ਕਿ ਪੈਕੇਜ ਤੁਹਾਡੀ 10 ਲੱਖ ਫੀਸ ਲੱਗੀ ਤਾਂ ਵੀਜ਼ੇ ਤੋਂ ਬਾਅਦ ਤੁਹਾਡੇ ਤੋਂ 15 ਲੱਖ ਫੀਸ ਮੰਗਣੀ ਹੈ। ਤੁਸੀਂ 5 ਲੱਖ ਵੱਧ ਕਿਉਂ ਦੇ ਰਹੇ ਹੋ? ਬੱਚਾ ਜਦੋਂ ਏਜੰਟ ਨੂੰ ਪੈਸੇ ਦਿੰਦਾ ਸਭ ਤੋਂ ਵੱਡੀ ਗਲਤੀ ਉੱਥੇ ਕਰਦਾ। ਤੁਸੀਂ UK ਜਾਂਦੇ ਹੋ ਚਾਹੇ USA ਜਾਂਦੇ ਹੋ, ਏਜੰਟ ਤੁਹਾਡੇ ਤੋਂ ਕਹਿੰਦਾ ਕਿ ਫੀਸ ਸਾਨੂੰ ਦੇ ਦਿਓ, 5 ਲੱਖ ਹੈ 7 ਲੱਖ ਏਜੰਟ ਫੀਸ ਲੈ ਲੈਂਦਾ। ਅੱਗੇ ਭਰੇ ਨਾ ਭਰੇ ਤੁਹਾਨੂੰ ਪਤਾ ਨਹੀਂ ਲੱਗਦਾ। ਹਮੇਸ਼ਾ ਆਪਣੇ ਅਕਾਊਂਟ ਤੋਂ ਫੀਸ ਟ੍ਰਾਂਸਫਰ ਕਰਾਓ। ਇਦਾਂ ਹੁੰਦਾ ਵਾ ਉਹ ਕਹਿ ਦਿੰਦੇ ਆ ਕਿ ਅਸੀਂ ਫੀਸ ਪੇ ਕਰ ਦਾਂਗੇ, ਫੀਸ ਪੇ ਹੀ ਨਹੀਂ ਕੀਤੀ ਹੁੰਦੀ। ਬਿਲਕੁਲ, ਕਈ ਵਾਰੀ ਇਦਾਂ ਹੁੰਦਾ ਕਿ ਬੱਚਾ ਕਹਿੰਦਾ ਕਿ ਮੇਰੇ ਨਾਲ ਠੱਗੀ ਹੋ ਗਈ, ਮੈਂ 10 ਲੱਖ ਰੁਪਇਆ ਫੀਸ ਦਿੱਤੀ ਸੀ, ਮੇਰੀ ਪਹੁੰਚੀ ਨਹੀਂ ਹੈਗੀ। ਜਾਂ ਕਈ ਵਾਰੀ ਇਦਾਂ ਦੇਖਿਆ ਕਿ ਬੱਚੇ ਨੇ 10 ਲੱਖ ਫੀਸ ਦੇ ਦਿੱਤੀ, ਫੀਸ ਪੇ ਉੱਥੇ ਹੋਈ ਹੁੰਦੀ ਹੈ ਪਰ 2 ਜਾਂ 3 ਮਹੀਨੇ ਦੀ ਹੋਈ ਹੁੰਦੀ ਹੈ, ਬਾਕੀ ਦੀ ਫੀਸ ਕੰਸਲਟੈਂਟ ਰੱਖ ਜਾਂਦਾ ਹੈ। ਮੈਂ ਤਾਂ ਇਹਨੂੰ ਫਰਜ਼ੀਵਾੜਾ ਹੀ ਕਹੂੰਗਾ। ਚੱਲ ਰਿਹਾ ਕਹਿੰਦੇ ਆਈਲੈਟਸ ਤੋਂ ਬਿਨਾਂ ਤੁਸੀਂ ਜਾਓ। ਨਹੀਂ ਗਗਨ ਜੀ, ਮਾਫੀ ਚਾਹੁੰਦਾ ਤੁਹਾਡੀ ਗੱਲ ਕੱਟੀ ਹੈ ਮੈਂ, ਕਿ ਫਰਜ਼ੀਵਾੜਾ ਨਹੀਂ, ਆਇਲਸ ਤੋਂ ਬਿਨਾਂ ਬਹੁਤ ਵੀਜ਼ੇ ਲੱਗ ਰਹੇ ਆ ਸਾਡੇ। ਸਕਸੈਸ ਰੇਟ ਵੀ ਹੈਗਾ ਭਾਜੀ? ਸਕਸੈਸ ਰੇਟ ਆਲਮੋਸਟ, ਜੇ ਆਪਣੀ ਗੱਲ ਕਰੀਏ ਤਾਂ 100% ਸਕਸੈਸ ਰੇਟ ਹੈ ਹੁਣ ਤੱਕ ਬਿਨਾਂ ਆਇਲਸ ਵੀ UK ਦੇ ਵੀਜ਼ੇ ਲਵਾਉਣ ਦੇ ਵਿੱਚ। ਹੁਣ ਬੱਚਾ ਇਹ ਵੀ ਕੁਐਸਚਨ ਕਰੂਗਾ ਸਾਨੂੰ ਕਿ 6 ਲੱਖ ਤਾਂ ਫੀਸ ਹੋਗੀ, ਬਾਕੀ 4-5 ਲੱਖ ਆਦਾ। ਉਹਦੇ ਵਿੱਚ ਕੀ ਹੈ ਕਿ ਬੱਚੇ ਦੀ ਇੰਸ਼ੋਰੈਂਸ ਵੀ ਜਾਣੀ ਹੈ, ਬੱਚੇ ਦੀ ਅੰਬੈਸੀ ਫੀਸ ਵੀ ਜਾਣੀ ਹੈ। ਸੋ ਇੰਸ਼ੋਰੈਂਸ ਜਿਹੜੀ ਆ ਉਹ ਬੱਚੇ ਦੀ ਜਿੰਨੇ ਸਾਲ ਦੀ ਸਟੱਡੀ ਹੁੰਦੀ ਹੈ ਉਨੇ ਸਾਲ ਦੀ ਇੰਸ਼ੋਰੈਂਸ ਵੀ ਜਾਣੀ ਹੈ। ਸੋ ਇਹ ਚੀਜ਼ਾਂ ਧਿਆਨ 'ਚ ਰੱਖ ਕੇ ਤੁਸੀਂ 6 ਮੰਥ ਦੀ ਫੀਸ ਪੇ ਕਰਦੇ ਹੋ 10 ਤੋਂ 11 ਲੱਖ ਦੇ ਖਰਚੇ 'ਚ ਈਜ਼ੀਲੀ ਤੁਸੀਂ UK ਮੂਵ ਹੋ ਸਕਦੇ ਹੋ। ਪਰ ਧਿਆਨ ਰਹੇ ਕਿ ਉੱਥੇ ਜਾ ਕੇ ਜਿਹੜਾ ਆਪਾਂ ਅੱਗੇ ਕਰਨਾ ਕੰਮ, ਅੱਗੇ ਕੀ ਹੈ ਕਿ ਬੱਚਾ ਤੁਸੀਂ ਤਾਂ 10 ਲੱਖ 'ਚ ਮੈਂ UK ਪਹੁੰਚ ਗਿਆ ਤਾਂ ਮੈਂ ਹੁਣ ਇੱਥੇ ਆ ਗਿਆ, ਮੈਨੂੰ ਹੁਣ ਵਰਕ ਸਟੱਡੀ ਕਰਨੀ ਹੈ, ਫਿਰ ਮੈਨੂੰ ਵਰਕ ਪਰਮਿਟ ਮਿਲ ਜਾਣਾ, ਫਿਰ ਮੈਂ ਪੱਕਾ ਹੋ ਜਾਣਾ। ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ। ਜਾ ਕੇ ਜਿਹੜੀ ਸਟਰਗਲ ਹੈ ਉੱਥੋਂ ਸਟਾਰਟ ਹੋਣੀ ਹੈ ਤੁਹਾਡੀ। ਵੀਜ਼ਾ ਲੈਣ ਤਾਂ ਕੋਈ ਸਟਰਗਲ ਨਹੀਂ ਹੈਗੀ, ਵੀਜ਼ਾ ਆ ਗਿਆ ਤੁਸੀਂ UK ਪਹੁੰਚ ਗਏ, ਤੁਹਾਡੀ ਸਟਰਗਲ ਜਾ ਕੇ ਸਟਾਰਟ ਹੋਣੀ ਹੈ। ਕਿਉਂਕਿ ਜਿਵੇਂ ਕਿਹਾ ਜਾਂਦਾ ਕਿ ਪੈਸੇ ਜਿਹੜੇ ਨਾ ਪੱਤਿਆਂ ਨੂੰ ਨਹੀਂ ਲੱਗੇ ਹੋਏ, ਜਾ ਕੇ ਮਿਹਨਤ ਕਰਨੀ ਪੈਣੀ ਹੈ। ਬੱਚੇ ਨੇ ਜਿੱਥੇ ਜੌਬ ਕਰਨੀ ਹੈ, ਜੌਬ ਦੇ ਨਾਲ ਨਾਲ ਬੱਚੇ ਨੇ ਪੜ੍ਹਾਈ ਵੀ ਕਰਨੀ ਹੈ, ਕਿਉਂਕਿ ਪੜ੍ਹਾਈ ਤੁਹਾਡਾ ਮੇਨ ਫੋਕਸ ਹੈ। ਉਹਨਾਂ ਨੇ ਤੁਹਾਨੂੰ ਵੀਜ਼ਾ ਜਿਹੜਾ ਪੜ੍ਹਾਈ ਲਈ ਦਿੱਤਾ ਹੈ, ਉਹਨਾਂ ਨੇ ਕੰਮ ਲਈ ਨਹੀਂ ਦਿੱਤਾ। ਅੱਜ ਮੈਕਸਿਮਮ ਕਈ ਵਾਰੀ ਬੱਚਿਆਂ ਦੀ ਕਾਲ ਆਉਂਦੀ ਹੈ, ਸਰ ਕੰਮ ਨਹੀਂ ਮਿਲ ਰਿਹਾ ਜੀ ਹਜੇ। ਤਾਂ ਉਹਨਾਂ ਨੂੰ ਦੱਸੀਦਾ ਤੁਸੀਂ ਕੰਮ ਕਰਨ ਗਏ ਕਦੋਂ? ਤੁਸੀਂ ਤਾਂ ਪੜ੍ਹਾਈ ਲਈ ਗਏ ਹੋ ਨਾ। ਕੰਮ ਦੀ ਜਿਹੜੀ ਇੱਕ ਅਰਨਿੰਗ ਲਈ ਤੁਹਾਨੂੰ ਟਾਈਮ ਦਿੱਤਾ ਗਿਆ, ਜਿਹੜਾ ਤੁਹਾਨੂੰ 20 ਘੰਟੇ ਦਿੱਤੇ ਗਏ ਨੇ ਇੱਕ ਜਿਹੜਾ ਵੀਕ ਦੇ ਵਿੱਚ, ਉਹ ਸਿਰਫ ਤਾਂ ਜਿਹੜਾ ਪੋਕਟ ਮਨੀ ਕੱਢ ਲਓ। ਇਹ ਨਹੀਂ ਕਿ ਤੁਸੀਂ ਘਰ ਨੂੰ ਲੱਖਾਂ ਰੁਪਏ ਭੇਜਣੇ ਆ। ਦੂਜਾ ਛੋਟੀ ਜਿਹੀ ਗਲਤੀ ਮਾਂ-ਬਾਪ ਦੀ, ਜਦੋਂ ਬੱਚਾ ਪਹੁੰਚਦਾ ਉਹਨੂੰ ਮਹੀਨੇ ਬਾਅਦ ਕਾਲ ਕਰਦੇ ਨੇ ਕਿੰਨੇ ਪੈਸੇ ਭੇਜੇਗਾ, ਕਦੋਂ ਭੇਜੇਗਾ। ਸੋ ਬੱਚੇ ਨੂੰ ਆਪਾਂ ਪੜ੍ਹਾਈ ਲਈ ਭੇਜਿਆ, ਫੋਕਸ ਕਰੋ ਕਿ ਬੱਚਾ ਪਹਿਲਾਂ ਪੜ੍ਹਾਈ ਕਰੇ ਫਿਰ ਕੰਮ ਕਰੇ। ਉਹ ਸੈਟਲ ਵੀ ਤਾਂ ਹੀ ਹੋਊਗਾ ਜੇ ਪੜ੍ਹਾਈ ਕਰੂਗਾ। ਸਾਰੇ ਤਕਰੀਬਨ ਕਹਿਣ ਲੱਗ ਗਏ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ, ਤੇ ਤੁਸੀਂ ਵੀ ਇਦਾਂ ਕਰਦੇ ਹੋ ਕਿ ਤੁਹਾਡਾ ਕੀ ਕ੍ਰਾਈਟੇਰੀਆ? ਬਿਲਕੁਲ, ਮੈਂ ਜਿਵੇਂ ਸਟਾਰਟਿੰਗ 'ਚ ਦੱਸਿਆ ਸੀ ਪੈਕੇਜ ਅਸੀਂ ਵੀ ਕਰਦੇ ਹਾਂ, ਪਰ ਅਸੀਂ ਇਹ ਨਹੀਂ ਕਰਦੇ ਕਿ ਜੇ ਹੁਣ ਬੱਚਾ ਆਇਆ ਤੇ ਇਹਨੂੰ ਵੱਢ ਲਓ। ਕਾਰਨ ਕੀ ਹੈ ਕਿ ਜਿੱਥੇ ਕਦੇ ਵੀ ਜੋ ਕੰਮ ਕਰੋ ਤਾਂ ਮੈਨੂੰ ਤਾਂ ਜੈਨੂਇਨ ਕਰੋ, ਆਪਣੇ ਐਥਿਕਸ ਜਿੱਥੇ ਐਥਿਕਲੀ ਕੰਮ ਕਰਾਂਗੇ ਤੇ ਜ਼ਮੀਰ ਵੀ ਉੱਥੇ ਮੰਨਦਾ ਹੈ ਕਿ ਬੱਚਿਆਂ ਨੂੰ ਜੇ ਗਾਈਡੈਂਸ ਦਾ ਜਿੰਮਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਕਿਉਂਕਿ ਕਿਤੇ ਨਾ ਕਿਤੇ ਪਰਮਾਤਮਾ ਹਰ ਇੱਕ ਬੰਦੇ ਦਾ ਜਿਹੜਾ ਵੇ ਉਹ ਆਪ ਕਰਦਾ ਹੈ। ਬਿਲਕੁਲ, ਇੱਕ ਬੱਚਾ ਸਾਡੇ ਕੋਲੇ ਫਿਊਚਰ ਲੈ ਕੇ ਆਉਂਦਾ, ਹਾਰਡ ਐਂਡ ਜਿਹੜੀ ਕਮਾਈ ਹੁੰਦੀ ਹੈ ਉਹ ਕਰਕੇ ਸਾਡੇ ਕੋਲੇ ਪਹੁੰਚਦਾ ਹੈ। ਤੇ ਪੰਜਾਬ ਦਾ ਮੈਨੂੰ ਲੱਗਦਾ ਕਿ ਮੋਸਟਲੀ ਜਿਹੜਾ ਆਪਣਾ ਕਿਸਾਨੀ ਪਰਿਵਾਰ ਤੋਂ ਬੱਚਾ ਜਾ ਰਿਹਾ। ਸੋ ਜਿੱਥੇ ਮੈਨੂੰ ਲੱਗਦਾ ਕਿਸਾਨਾਂ ਨੂੰ ਸਪੋਰਟ ਕਰਨਾ, ਤਾਂ ਮੈਨੂੰ ਲੱਗਦਾ ਕਿ ਅੱਜ ਹਰੇਕ ਬੰਦੇ ਦੀ ਜ਼ੁਬਾਨ ਤੇ ਗੱਲ ਹੈ ਕਿ ਕਿਸਾਨੀ ਨੂੰ ਸਪੋਰਟ ਕਰਨਾ ਹੈ। ਸੋ ਸਾਡਾ ਵੀ ਐਕਸਪੋਰਟ ਕਰਨ ਦਾ ਤਰੀਕਾ ਲਾ ਲਓ, ਇਹ ਲਾ ਲਓ ਕਿ ਅਸੀਂ ਜਿਹੜੇ ਲੇਟੈਸਟ ਪਾਸ ਆਊਟ ਬੱਚੇ ਨੇ ਬਿਨਾਂ ਪ੍ਰੋਸੈਸਿੰਗ ਫੀਸ ਦੇ ਕੰਮ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਗਗਨ ਬੇਦੀ। ਪ੍ਰਵਾਸ ਬਹੁਤ ਜ਼ਿਆਦਾ ਹੋ ਰਿਹਾ, ਹਰ ਕਿਸੇ ਨੂੰ ਇਹੀ ਇਸ ਵੇਲੇ ਦੀ ਚਾਹ ਹੈ ਕਿ ਉਹ ਵਿਦੇਸ਼ ਜਾ ਕੇ ਪੱਕਾ ਹੋ ਜਾਵੇ, ਚਾਹੇ ਉਹ ਕੈਨੇਡਾ ਹੋਵੇ, UK ਹੋਵੇ, USA ਹੋਵੇ। ਇਹ ਤਿੰਨੇ ਐਸੇ ਮੁਲਕ ਨੇ ਜਿੱਥੇ ਸਭ ਤੋਂ ਵੱਧ ਕਰੇਜ਼ ਹੈਗਾ ਕਿ ਅਸੀਂ ਉੱਥੇ ਜਾ ਕੇ ਪੱਕੇ ਹੋਈਏ ਜਾਂ ਸਟੱਡੀ ਕਰੀਏ, ਕਿਸੇ ਨਾ ਕਿਸੇ ਢੰਗ ਦੇ ਨਾਲ ਪਹੁੰਚੀਏ। ਪਰ ਸਵਾਲ ਵੱਡਾ ਇਹ ਹੈ ਕਿ ਪਹੁੰਚਣਾ ਆਖਰ ਕਿਵੇਂ ਹੈ, ਕਿਉਂਕਿ ਪਹੁੰਚਣ ਦੇ ਵਿੱਚ ਹੀ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ, ਬਹੁਤ ਠੱਗੀਆਂ ਹੋ ਜਾਂਦੀਆਂ ਨੇ। ਸਾਰਿਆਂ ਦੇ ਸਾਹਮਣੇ ਇਸ ਤਰ੍ਹਾਂ ਦੇ ਕੇਸ ਅਕਸਰ ਆਉਂਦੇ ਰਹਿੰਦੇ ਨੇ, ਤੇ ਅਸੀਂ ਵੀ ਅਕਸਰ ਤੁਹਾਨੂੰ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਨਾਲ, ਇਸ ਤਰ੍ਹਾਂ ਦੇ ਨੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਜਿਹੜੇ, ਉਹਨਾਂ ਦੇ ਨਾਲ ਮਿਲਾਈਦਾ, ਉਹਨਾਂ ਦੇ ਨਾਲ ਗੱਲਬਾਤ ਕਰਾਈਦੀ ਹੈ। ਤੇ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਗੱਲਬਾਤ ਦੇ ਲਈ ਐਜੂਕੇਸ਼ਨ ਅਬਰੋਡ ਕੰਸਲਟੈਂਸੀ ਤੋਂ ਨੇ ਸਾਡੇ ਨਾਲ ਜਤਿੰਦਰ ਸਿੰਘ ਮੌਜੂਦ ਰਹਿਣਗੇ। ਜਤਿੰਦਰ ਜੀ ਦਾ ਸਵਾਗਤ ਕਰ ਲੈਂਦੇ ਹਾਂ। ਬਾਈ ਜੀ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਗਗਨ ਜੀ। ਜਤਿੰਦਰ ਜੀ, ਜਿਵੇਂ ਮੈਂ ਪਹਿਲਾਂ ਭੂਮਿਕਾ ਬੰਨੀ ਆ, ਇੰਨੀ ਦੇਖੋ ਕਰੇਜ਼ ਤਾਂ ਹੈਗਾ, ਐਡੇ ਐਡੇ ਲੱਖਾਂ ਪਾਸਪੋਰਟ ਬਣ ਗਏ, ਜਿੰਨੇ ਘਰ ਨੇ ਮੈਨੂੰ ਲੱਗਦਾ ਤਕਰੀਬਨ ਉਨੇ ਹੀ ਪਾਸਪੋਰਟ ਬਣ ਗਏ। 54 ਲੱਖ ਗਗਨ ਜੀ ਕਰ ਲੈਂਦਾ, 52-53 ਲੱਖ ਪਾਸਪੋਰਟ ਬਣ ਗਏ। ਪਰ ਜਤਿੰਦਰ, ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਪਹੁੰਚਣਾ ਕਿਵੇਂ ਆ, ਤਰੀਕੇ ਸਿਰ ਕਿਵੇਂ ਪਹੁੰਚਣਾ। ਹਾਲਾਂਕਿ ਅਵੇਅਰਨੈਸ ਬਹੁਤ ਆ, ਹੁਣ ਇਹ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਪਰ ਜਿੱਦਾਂ ਦੇ ਕੇਸ ਆਉਂਦੇ ਨੇ, ਕਿਸੇ ਦਾ 25 ਲੱਖ ਰੁਪਏ ਡੁੱਬ ਗਿਆ ਸਟੱਡੀ ਵੀਜ਼ਿਆਂ ਦੇ ਵਿੱਚ ਹੀ, ਵਿਜ਼ਟਰ ਵੀਜ਼ਿਆਂ ਦੇ ਵਿੱਚ ਹੀ, ਤਾਂ ਉਹਦੇ ਬਾਰੇ ਥੋੜ੍ਹਾ ਜਿਹਾ ਪੁੱਛਾਂਗੇ। ਪਹਿਲਾਂ ਮੈਂ ਕਹਿੰਦਾ ਸਟੱਡੀ ਵੀਜ਼ੇ ਦੀ ਗੱਲਬਾਤ ਕਰ ਲਈ, ਕਿਉਂਕਿ ਬਹੁਤ ਬੱਚੇ ਨੇ ਜਿਨ੍ਹਾਂ ਨੇ ਸੈਪਟੈਂਬਰ ਇਨਟੇਕ ਦੇ ਵਿੱਚ ਹੁਣ ਅਪਲਾਈ ਕਰਨਾ ਹੋਊਗਾ। ਸਭ ਤੋਂ ਪਹਿਲਾਂ ਤਾਂ ਗਗਨ ਜੀ ਮੈਂ ਵਧਾਈ ਦੇਣਾ ਚਾਹੁੰਦਾ, ਜਿਹੜੇ ਬੱਚੇ ਹੁਣ +2 CBSE ਦਾ ਰਿਜ਼ਲਟ ਆਇਆ ਤਾਂ ਬੱਚਿਆਂ ਨੂੰ ਬਹੁਤ ਮੁਬਾਰਕਬਾਦ। ਹੁਣ ਕਾਫੀ ਬੱਚੇ ਮੈਨੂੰ ਲੱਗਦਾ ਕਿ ਮਾਰਕੀਟ 'ਚ ਨਿਕਲਣਾ ਸਟਾਰਟ ਹੋ ਚੁੱਕੇ ਨੇ ਜਿਨ੍ਹਾਂ ਨੇ ਵੀਜ਼ਾ ਅਪਲਾਈ ਕਰਨਾ ਹੈ।
ਆਪਣੇ ਜਿਹੜਾ ਗਗਨ ਚ ਇੱਕ ਬੱਚੇ ਦਾ ਜਿਹੜਾ ਡ੍ਰੀਮ ਹੁੰਦਾ ਬੇਸਿਕਲੀ ਉਹ ਸਟਾਰਟ ਹੁੰਦਾ ਕਿ ਮੈਂ USA ਜਾਂ ਕੈਨੇਡਾ ਵਰਗੀ ਕੰਟਰੀ ਪੜ੍ਹਨਾ ਪਰ ਕਿਤੇ ਨਾ ਕਿਤੇ ਜਿਹੜੀ ਗਾਈਡੈਂਸ ਹੈ ਲੈਕ ਆਫ ਗਾਈਡੈਂਸ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਬੱਚੇ ਨੂੰ ਬਹੁਤ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਕਾਰਨ ਕੀ ਹੁੰਦਾ ਬੱਚਾ USA ਅਪਲਾਈ ਕਰਨਾ ਚਾਹੁੰਦਾ ਸਹੀ ਗਾਈਡੈਂਸ ਨਹੀਂ ਮਿਲਦੀ ਕੈਨੇਡਾ ਅਪਲਾਈ ਕਰਨਾ ਚਾਹੁੰਦਾ ਸਹੀ ਗਾਈਡੈਂਸ ਨਹੀਂ ਮਿਲਦੀ ਤਾਂ ਹੁੰਦਾ ਕਿ ਬੱਚੇ ਦਾ ਡ੍ਰੀਮ ਕਿਤੇ ਨਾ ਕਿਤੇ ਛੋਟਾ ਹੁੰਦਾ ਜਾਂਦਾ ਉਹ ਕਿਤੇ ਨਾ ਕਿਤੇ ਜਦੋਂ ਬੰਦੇ ਨੇ ਕਿਹਾ ਹੁੰਦਾ 10 ਜਗ੍ਹਾ ਕਿ ਮੈਂ ਸਟੱਡੀ ਬਾਹਰ ਕਰਨੀ ਹੈ ਪਰ ਜਿਵੇਂ ਤੁਸੀਂ ਗੱਲ ਕੀਤੀ ਕਿ ਠੱਗੀ ਬਹੁਤ ਹੋ ਰਹੀ ਹੈ ਪੈਕੇਜ ਬਹੁਤ ਚੱਲ ਰਹੇ ਨੇ ਮਾਰਕੀਟ ਦੇ ਵਿੱਚ ਪੈਕੇਜ ਦੇ ਨਾਂ ਤੇ ਬੱਚਿਆਂ ਨੂੰ ਠੱਗਿਆ ਜਾ ਰਿਹਾ ਜਾਂ ਫਿਰ ਪੈਸੇ ਬਾਅਦ ਚ ਲੈਣ ਦੇ ਨਾਂ ਤੇ ਵੀ ਠੱਗਿਆ ਜਾ ਰਿਹਾ ਦੂਜੀ ਚੀਜ਼ ਹੈ ਬੱਚਾ ਅਪਲਾਈ ਕਰਦਾ USA ਦੇ ਲਈ ਜਾਂ ਕੈਨੇਡਾ ਦੇ ਲਈ ਅੱਜ ਪਤਾ ਹੈ ਕਿ ਅੱਜ US ਨੇ ਦਰਵਾਜ਼ੇ ਖੋਲ੍ਹੇ ਹੋਏ ਨੇ ਕੋਵਿਡ ਤੋਂ ਬਾਅਦ ਕਿਉਂਕਿ ਹਰੇਕ ਕੰਟਰੀ ਨੂੰ ਕਿਤੇ ਨਾ ਕਿਤੇ ਸਟੂਡੈਂਟ ਵੀਜ਼ੇ ਦੇ ਇੱਕ ਇਕਨੋਮੀ ਦਾ ਬਹੁਤ ਵੱਡਾ ਸਹਾਰਾ ਮਿਲਦਾ ਸੋ USA ਨੇ ਦਰਵਾਜ਼ੇ ਖੋਲ੍ਹੇ ਨੇ ਕੈਨੇਡਾ ਤੁਸੀਂ ਅਪਲਾਈ ਕਰ ਸਕਦੇ ਹੋ UK ਅਪਲਾਈ ਕਰ ਸਕਦੇ ਹੋ ਪਰ ਕਿਤੇ ਵੀ ਤੁਸੀਂ ਅਪਲਾਈ ਕਰਨਾ ਹੈ ਇੱਕ ਗੱਲ ਖਾਸ ਧਿਆਨ 'ਚ ਰੱਖੋ ਕਿ ਚੰਗੇ ਕੰਸਲਟੈਂਟ ਦੀ ਭਾਲ ਕਰੋ ਔਰ ਜਦੋਂ ਬੱਚਾ ਅਪਲਾਈ ਕਰਨ ਜਾਂਦਾ ਮੈਂ ਖਾਸ ਇੱਕ ਸਲਾਹ ਦਿੰਦਾ ਹੁੰਦਾ ਕਿ ਜਦੋਂ ਆਪਾਂ ਮੈਨੂੰ ਲੱਗਦਾ ਕਿ ਮਾਰਕੀਟ ਦੇ ਵਿੱਚੋਂ ਇੱਕ ਤੁਸੀਂ ਜੀਨ ਟੀ-ਸ਼ਰਟ ਲੈਣ ਜਾਣਾ ਹੋਏ ਨਾ ਆਪਾਂ 10 ਤੋਂ 15 ਦੁਕਾਨਾਂ ਤੇ ਜਾ ਕੇ ਆਉਂਦੇ ਆ ਵੀ ਕਿਤੇ ਡਿਸਕਾਊਂਟ ਚੱਲ ਰਿਹਾ ਕਿਤੇ ਫਰੈਸ਼ ਤੇ ਆ ਕਿਤੇ ਕੱਪੜਾ ਕਿੱਦਾਂ ਦਾ ਪਰ ਜਦੋਂ ਆਪਾਂ ਆਪਣੇ ਭਵਿੱਖ ਨੂੰ ਲੈ ਕੇ ਜਾਂਦੇ ਤਾਂ ਆਪਾਂ ਇੱਕ ਜਾਂ ਦੂਜੇ ਕੰਸਲਟੈਂਟ ਕੋਲ ਜਾਂਦੇ ਆ ਆਪਾਂ ਫਾਈਲ ਦੇ ਕੇ ਘਰੇ ਮੁੜ ਆਉਂਦੇ ਆ ਆਪਾਂ ਨੂੰ ਉਦੋਂ ਸੁਰ ਆਉਂਦੀ ਆ ਉਦੋਂ ਜਾਗ ਆਉਂਦੀ ਆ ਕਿ ਜਦੋਂ ਸਾਡੇ ਨਾਲ ਠੱਗੀ ਹੋਈ ਜਾਂਦੀ ਥੋੜਾ ਜਿਹਾ ਹੋਮਵਰਕ ਹੋਣਾ ਚਾਹੀਦਾ ਹੈ ਜੀ ਤੁਸੀਂ ਪਹਿਲਾਂ ਹੋਮਵਰਕ ਕਰੋ ਅੱਜ ਦੀ ਡੇਟ ਤੁਹਾਡੇ ਕੋਲ ਸਰਚ ਇੰਜਨ ਅੱਜ ਬੱਚਾ ਮੈਨੂੰ ਲੱਗਦਾ ਕਿ ਮੈਕਸਿਮਮ ਟਾਈਮ ਆਪਣਾ ਸੋਸ਼ਲ ਮੀਡੀਆ ਤੇ ਕੱਢਦਾ ਚਾਹੇ ਉਹ ਇੰਸਟਾਗ੍ਰਾਮ ਹੈ ਚਾਹੇ ਉਹ YouTube ਹੈ ਹਰ ਇੱਕ ਜਗ੍ਹਾ ਬੱਚਾ ਪਰ ਜਤਿੰਦਰ ਜੀ ਫਿਰ ਗੱਲ ਇਹ ਵੀ ਹੈ ਨਾ ਸੋਸ਼ਲ ਮੀਡੀਆ ਤੇ ਕਰਦਾ ਜਿਨ੍ਹਾਂ ਦੀ ਐਡਾਂ ਬਹੁਤ ਚੱਲਦੀਆਂ ਨੇ ਮਿੰਟ ਬਾਅਦ ਆ ਜਾਂਦੇ ਆ ਬਿਲਕੁਲ ਜੀ ਮੈਂ ਉਸੇ ਗੱਲ ਤੇ ਆਉਣ ਲੱਗਿਆ ਕਿ ਬੱਚਾ ਐਡ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ ਅੱਜ ਜੇ ਕਿਸੇ ਕੰਸਲਟੈਂਟ ਨੇ ਕਹਿੰਦਾ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦਿਓ ਪਹਿਲਾਂ ਬੱਚਾ ਉਹਦੇ ਵੱਲ ਜਾਂਦਾ ਕੋਈ ਕਹਿੰਦਾ ਕਿ ਤੁਸੀਂ ਵੀਜ਼ਾ ਲਵਾਓ ਜੇ ਨਹੀਂ ਵੀਜ਼ਾ ਲੱਗਿਆ ਮੈਂ ਤਾਂ ਪੈਸੇ ਦਊਂਗਾ ਬੱਚਾ ਉਹਦੇ ਵੱਲ ਵੀ ਜਾਂਦਾ ਪਰ ਬੱਚਾ ਇਹ ਦੇਖੇ ਕਿ ਮੇਰਾ ਭਵਿੱਖ ਕਿੱਥੇ ਬਣਦਾ ਪੈਕੇਜ ਕਰੋ ਪੈਕੇਜ ਕਰਨਾ ਗਲਤ ਗੱਲ ਨਹੀਂ ਹੈ ਪੈਕੇਜ ਉਹ ਬੱਚਾ ਕਰੇ ਜਿਹਨੂੰ ਕੋਈ ਆਪਣੀ ਪ੍ਰੋਫਾਈਲ 'ਚ ਡਾਊਟ ਲੱਗਦਾ ਤੁਹਾਨੂੰ ਲੱਗਦਾ ਕਿ ਤੁਹਾਡੀ ਪ੍ਰੋਫਾਈਲ ਵਧੀਆ ਤੁਹਾਡੇ ਓਵਰਆਲ 6 ਬੈਂਡ ਨੇ ਈਚ ਮੋਡਿਊਲ 6 ਬੈਂਡ ਨੇ ਜਾਂ ਇੱਕ ਮੋਡਿਊਲ 'ਚ ਬੇਸ਼ੱਕ 5.5 ਬੈਂਡ ਵੀ ਨੇ ਤੁਸੀਂ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਤੁਹਾਡਾ ਵੀਜ਼ਾ ਹੀ ਆ ਜਾਣਾ ਤੁਸੀਂ ਪੈਕੇਜ ਕਰਕੇ 5-10 ਲੱਖ ਰੁਪਏ ਵੱਧ ਕਿਉਂ ਦੇ ਰਹੇ ਹੋ ਅੱਛਾ ਪੈਕੇਜ ਤੇ ਵੀਜ਼ੇ ਦੇ ਵਿੱਚ ਕੀ ਅੱਜ ਕੱਲ੍ਹ ਇਹ ਕੀ ਚੱਲਦਾ ਪਿਆ ਨਵਾਂ ਥੋੜਾ ਜਿਹਾ ਦੱਸੋ ਇਹ ਗਗਨ ਜੀ ਇਦਾਂ ਚੱਲ ਰਿਹਾ ਕਿ ਮੰਨ ਲਓ ਆਪਾਂ ਕੈਨੇਡਾ ਤੋਂ ਗੱਲ ਲੈ ਕੇ ਚੱਲਦੇ ਹਾਂ GIC ਬੱਚੇ ਨੇ ਪੇ ਕਰਨਾ ਹੁੰਦਾ ਫੀਸ ਹੈ ਜਿਹੜੀ ਬੱਚੇ ਦੀ $10,000 ਤੋਂ ਸਟਾਰਟ ਹੋ ਜਾਂਦੀ ਹੈ ਜਿੰਨੇ ਪੈਕੇਜ ਕਰਨਾ ਕੋਈ ਵੀ ਕੰਸਲਟੈਂਟ ਕਦੇ ਵੀ ਗਗਨ ਜੀ ਕੋਲੋਂ ਪੈਸੇ ਨਹੀਂ ਲਾਊਗਾ ਜੇ ਕੋਈ ਲਾਊਗਾ ਤਾਂ ਕੋਈ ਬੈਨੀਫਿਟ ਦੇਖੂਗਾ ਕਿਉਂਕਿ ਹਰੇਕ ਦਾ ਬਿਜ਼ਨਸ ਹੈ ਜਿਵੇਂ ਸਾਡਾ ਵੀ ਬਿਜ਼ਨਸ ਹੈ ਹਰੇਕ ਕੰਸਲਟੈਂਟ ਦਾ ਬਿਜ਼ਨਸ ਹੈ ਸੋ ਉਹਨੇ ਕੀ ਕਰਨਾ ਕਿ ਪੈਕੇਜ ਤੁਹਾਡੀ 10 ਲੱਖ ਫੀਸ ਲੱਗੀ ਤਾਂ ਵੀਜ਼ੇ ਤੋਂ ਬਾਅਦ ਤੁਹਾਡੇ ਤੋਂ 15 ਲੱਖ ਫੀਸ ਮੰਗਣੀ ਹੈ ਤੁਸੀਂ 5 ਲੱਖ ਵੱਧ ਕਿਉਂ ਦੇ ਰਹੇ ਹੋ ਕਿਹੜੀ ਗੱਲ ਦਾ ਦੇ ਰਹੇ ਹੋ ਜਦੋਂ ਤੁਹਾਡੀ ਕੈਪੇਬਲ ਹੈਗੇ ਤੁਹਾਡੇ ਕੋਲ IELTS ਦੇ ਬੈਂਡ ਹੈਗੇ ਨੇ ਤੁਹਾਡੀ ਕੁਆਲੀਫਿਕੇਸ਼ਨ ਉਹ ਜਿਹੜਾ 5 ਲੱਖ ਹੈ ਉਹ ਕਿਹੜੀ ਸਲੈਬ ਦੇ ਵਿੱਚ ਲੈ ਜਾਂਦੇ ਉਹ ਇਸੇ ਸਲੈਬ 'ਚ ਲੈਣਗੇ ਕਿ ਪੈਸੇ ਅਸੀਂ ਕੋਲੋਂ ਇਨਵੈਸਟ ਕਰਨੇ ਆ ਤੁਹਾਡੇ ਅੱਛਾ ਬੱਚਾ ਦੇ ਰਿਹਾ ਤੇ ਉਹ ਲੈ ਰਹੇ ਨੇ ਗਲਤੀ ਬੱਚੇ ਦੀ ਜਦੋਂ ਤੁਹਾਨੂੰ ਪਤਾ ਕਿ ਤੁਹਾਡਾ ਕੰਮ 10 ਲੱਖ 'ਚ ਹੁੰਦਾ ਮੈਂ ਕਹਿੰਦਾ ਕਿ ਪੈਕੇਜ ਤੁਹਾਡੇ ਤੋਂ ਲੱਖ 2 ਲੱਖ ਵੱਧ ਲੈਂਦਾ ਤਾਂ ਅਗਲਾ ਤੇ ਬਣਦਾ ਕਿਉਂਕਿ ਅਗਲਾ ਤੁਹਾਡੇ ਤੇ ਇਨਵੈਸਟਮੈਂਟ ਕਰਦਾ ਪਰ ਅੱਜ ਬੱਚਾ 5-5 7-7 25-25 ਲੱਖ ਤੱਕ ਦੇ ਕੈਨੇਡਾ ਦੇ ਪੈਕੇਜ ਹੋ ਰਹੇ ਨੇ UK ਦੀ ਮੈਂ ਗੱਲ ਕਰਾਂ ਤਾਂ 20-22 ਲੱਖ UK ਦੇ ਪੈਕੇਜ ਹੋ ਰਹੇ ਨੇ ਅਸੀਂ ਵੀ ਪੈਕੇਜ 'ਚ ਡੀਲ ਕਰਦੇ ਹਾਂ ਇਹ ਨਹੀਂ ਕਿ ਅਸੀਂ ਪੈਕੇਜ ਨਹੀਂ ਕਰਦੇ ਬਿਕੋਜ਼ ਆਫ ਜਿਹੜੀ ਮਾਰਕੀਟ ਦੀ ਜਿਹੜੀ ਡਿਮਾਂਡ ਐਂਡ ਸਪਲਾਈ ਤੇ ਗੱਲ ਆ ਗਈ ਅੱਜ ਪੈਕੇਜ ਨੂੰ ਲੈ ਕੇ ਕਿਉਂਕਿ ਮੋਸਟਲੀ ਜਿਹੜਾ ਬੱਚਾ ਵਿਜ਼ਿਟ ਕਰਦਾ ਹੈ ਬੱਚੇ ਦਾ ਕੁਐਸਚਨ ਹੁੰਦਾ ਕਿ ਮੈਂ UK ਜਾਣਾ ਪਰ ਪੈਸੇ ਬਾਅਦ 'ਚ ਦੇਣੇ ਆ ਸੋ ਜੇ ਪੈਕੇਜ ਕਰਨਾ ਚਾਹੁੰਦੇ ਹੋ ਬੇਸ਼ੱਕ UK ਕੈਨੇਡਾ ਜਾਂ ਕਿਸੇ ਆਸਟ੍ਰੇਲੀਆ ਵਰਗੀ ਕੰਟਰੀ ਦਾ USA ਵਰਗੀ ਕੰਟਰੀ ਦਾ ਤਾਂ ਵੀ ਤੁਸੀਂ ਪੈਕੇਜ ਕਰ ਸਕਦੇ ਹੋ ਪਰ ਬਸ਼ਰਤੇ ਤੁਹਾਡੇ ਕੋਲ ਜਿਹੜਾ ਬੈਂਡ ਸਕੋਰ ਹੈ ਉਹ ਵਧੀਆ ਹੋਣਾ ਚਾਹੀਦਾ UK ਤੁਸੀਂ ਅਪਲਾਈ ਕਰਨਾ ਵਿਦਆਊਟ IELTS ਤੁਸੀਂ UK ਅਪਲਾਈ ਕਰ ਸਕਦੇ ਹੋ ਪਰ +2 ਇੰਗਲਿਸ਼ ਸਬਜੈਕਟ ਦੇ ਵਿੱਚ ਚੰਗੇ ਨੰਬਰ ਹੋਣੇ ਲਾਜ਼ਮੀ ਨੇ ਗੈਪ ਤੁਹਾਡਾ ਜੇ ਘੱਟ ਹੈ ਤਾਂ ਬਹੁਤ ਵਧੀਆ ਗੱਲ ਹੈ ਪਰ +2 ਤੋਂ ਬਾਅਦ 3-4 ਸਾਲ ਦਾ ਗੈਪ UK ਲਈ ਐਕਸੈਪਟਡ ਹੈ ਕੈਨੇਡਾ ਲਈ 2-4 ਸਾਲ ਦਾ ਗੈਪ ਐਕਸੈਪਟਡ ਹੈ USA ਅੱਜ ਤੁਸੀਂ ਜਾਣਾ ਚਾਹੁੰਦੇ ਹੋ +2 ਤੋਂ ਬਾਅਦ 5 ਸਾਲ ਦਾ ਗੈਪ ਹੈ ਗ੍ਰੈਜੂਏਸ਼ਨ ਤੋਂ ਬਾਅਦ 5-7-10 ਸਾਲ ਦਾ ਗੈਪ ਹੈ ਪੈਸੇ ਸਾਰੇ ਵੀਜ਼ਾ ਤੋਂ ਬਾਅਦ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ ਔਰ ਈਵਨ USA ਦੇ ਵਿੱਚ ਗਗਨ ਜੀ ਮੈਂ ਜਿਹੜੀ ਖਾਸ ਗੱਲ ਦਰਸ਼ਕਾਂ ਨੂੰ ਦੱਸਣੀ ਚਾਹੂੰਗਾ ਕਿ USA ਤੁਸੀਂ ਸਿਰਫ 40 ਤੋਂ 50,000 ਰੁਪਏ ਦਾ ਖਰਚਾ ਵੀਜ਼ੇ ਤੋਂ ਪਹਿਲਾਂ ਕਰਨਾ ਬਾਕੀ ਜਿਹੜੀ ਯੂਨੀਵਰਸਿਟੀ ਦੀ ਫੀਸ ਆ ਤੁਸੀਂ USA ਪਹੁੰਚ ਕੇ ਦੇਣੀ ਹੈ ਹਰ ਕੋਈ ਇਹ ਬਹੁਤ ਕਲੈਰਿਟੀ ਹੈ ਬਹੁਤ ਵਧੀਆ ਗੱਲ ਅੱਜ ਹਰੇਕ ਬੰਦਾ ਕਹਿ ਰਿਹਾ ਕਿ ਤੁਸੀਂ ਪੈਸੇ ਵੀਜ਼ੇ ਤੋਂ ਬਾਅਦ ਦੇਣੇ ਨੇ ਅਸੀਂ ਇੱਥੇ ਇਹ ਕਰਿਆ ਤੁਸੀਂ ਆਪਣੀ ਐਮਬੈਸੀ ਫੀਸ ਦੇਣੀ ਹੈ ਸਰਵਿਸ ਫੀਸ ਦੇਣੀ ਹੈ I-20 ਫੀਸ ਦੇਣੀ ਹੈ ਤੁਸੀਂ ਕੈਲਕੂਲੇਸ਼ਨ ਕਰੋਗੇ 50 ਤੋਂ 40,000 ਰੁਪਏ ਬਣਦਾ ਸੋ ਉਸ ਤੋਂ ਬਾਅਦ ਜਿਹੜੀ ਬਾਕੀ ਦੀ ਫੀਸ ਆ ਤੁਹਾਡਾ ਵੀਜ਼ਾ ਆਉਂਦਾ ਤੁਸੀਂ ਫੀਸ ਜਿਹੜੀ ਹੈ USA ਪਹੁੰਚ ਕੇ ਦੇਣੀ ਹੈ ਇੱਥੇ ਤੁਸੀਂ ਸਾਨੂੰ ਪੈਸੇ ਨਹੀਂ ਦੇਣੇ ਤੁਸੀਂ ਯੂਨੀਵਰਸਿਟੀ ਨੂੰ ਪੈਸੇ ਦੇਣੇ ਆ ਆਪਣੇ ਅਕਾਊਂਟ ਤੋਂ ਟ੍ਰਾਂਸਫਰ ਕਰਨੇ ਆ ਦੂਜੀ ਚੀਜ਼ ਅੱਜ ਬੱਚਾ ਜਿਹੜੀ ਗਲਤੀ ਕਰਦਾ ਬੱਚਾ ਜਦੋਂ ਏਜੰਟ ਨੂੰ ਪੈਸੇ ਦਿੰਦਾ ਸਭ ਤੋਂ ਵੱਡੀ ਗਲਤੀ ਉੱਥੇ ਕਰਦਾ ਤੁਸੀਂ UK ਜਾਂਦੇ ਹੋ ਚਾਹੇ USA ਜਾਂਦੇ ਹੋ ਏਜੰਟ ਤੁਹਾਡੇ ਤੋਂ ਕਹਿੰਦਾ ਕਿ ਫੀਸ ਸਾਨੂੰ ਦੇ ਦਿਓ 5 ਲੱਖ ਹੈ 7 ਲੱਖ ਏਜੰਟ ਫੀਸ ਲੈ ਲੈਂਦਾ ਅੱਗੇ ਭਰੇ ਨਾ ਭਰੇ ਤੁਹਾਨੂੰ ਪਤਾ ਨਹੀਂ ਲੱਗਦਾ ਹਮੇਸ਼ਾ ਆਪਣੇ ਅਕਾਊਂਟ ਤੋਂ ਫੀਸ ਟ੍ਰਾਂਸਫਰ ਕਰਾਓ GIC ਦੇ ਨਾਂ ਤੇ ਬੱਚਾ ਠੱਗੀ ਕਰਵਾ ਲੈਂਦਾ ਇਹ ਜਤਿੰਦਰ ਜੀ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿ ਆਪਣੇ ਅਕਾਊਂਟ ਤੋਂ ਕਰਾਓ ਬਹੁਤ ਇਦਾਂ ਦੇ ਕੇਸ ਹੋਏ ਨੇ ਔਰ ਬਾਅਦ ਦੇ ਵਿੱਚ ਫਿਰ ਤੁਸੀਂ ਚੇਜ਼ ਕਰਦੇ ਰਹਿੰਦੇ ਹੋ ਮੈਕਸਿਮਮ ਆਪਾਂ ਸੁਣਦੇ ਆ ਕਿ ਅੱਛਾ ਇਦਾਂ ਹੁੰਦਾ ਵਾ ਮੈਂ ਤੁਹਾਡੀ ਗੱਲ ਕੱਟ ਰਿਹਾ ਇਦਾਂ ਹੁੰਦਾ ਵਾ ਉਹ ਕਹਿ ਦਿੰਦੇ ਆ ਕਿ ਅਸੀਂ ਫੀਸ ਪੇ ਕਰ ਦਾਂਗੇ ਫੀਸ ਪੇ ਹੀ ਨਹੀਂ ਕੀਤੀ ਹੁੰਦੀ ਬਿਲਕੁਲ ਕਈ ਵਾਰੀ ਇਦਾਂ ਹੁੰਦਾ ਕਿ ਬੱਚਾ ਕਹਿੰਦਾ ਕਿ ਮੇਰੇ ਨਾਲ ਠੱਗੀ ਹੋ ਗਈ ਮੈਂ 10 ਲੱਖ ਰੁਪਏ ਫੀਸ ਦਿੱਤੀ ਸੀ ਮੇਰੀ ਪਹੁੰਚੀ ਨਹੀਂ ਹੈਗੀ ਜਾਂ ਕਈ ਵਾਰੀ ਇਦਾਂ ਦੇਖਿਆ ਕਿ ਬੱਚੇ ਨੇ 10 ਲੱਖ ਫੀਸ ਦਿੱਤੀ ਫੀਸ ਪੇ ਉੱਥੇ ਹੋਈ ਹੁੰਦੀ ਹੈ ਪਰ 2 ਜਾਂ 3 ਮਹੀਨੇ ਦੀ ਹੋਈ ਹੁੰਦੀ ਹੈ ਬਾਕੀ ਦੀ ਫੀਸ ਕੰਸਲਟੈਂਟ ਰੱਖ ਜਾਂਦਾ ਹੈ ਕਈ ਵਾਰੀ ਵੀਜ਼ਾ ਵੀ ਉੱਤੇ ਆ ਜਾਂਦਾ ਬੱਚੇ ਦਾ ਬੱਚਾ ਜਦੋਂ ਹੁਣ UK 'ਚ ਮੋਸਟਲੀ ਕੇਸ ਹੋਏ ਮੈਂ ਐਗਜ਼ਾਮਪਲ ਦੇ ਕੇ ਸਮਝਾਊਂਗਾ ਮੇਰੇ ਕੋਲ ਹਰਿਆਣੇ ਦਾ ਇੱਕ ਸਟੂਡੈਂਟ ਵਿਜ਼ਿਟ ਕੀਤਾ ਉਹਨਾਂ ਨੇ ਇੱਥੋਂ ਕੰਸਲਟੈਂਟ ਨਾਲ 22 ਲੱਖ ਰੁਪਏ ਦਾ ਪੈਕੇਜ ਕਰ ਲਿਆ
ਯੂਕੇ ਦਾ। ਸੋ ਬੱਚੇ ਦਾ ਵੀਜ਼ਾ ਵੀ ਆ ਗਿਆ, ਬੱਚਾ ਉੱਥੇ ਪਹੁੰਚ ਵੀ ਜਾਂਦਾ, ਪਰ ਬੱਚਾ ਉੱਥੋਂ 에ਅਰਪੋਰਟ ਤੋਂ ਡਿਪੋਰਟ ਕਰਤਾ ਜਾਂਦਾ ਹੈ। ਕਾਰਨ ਕੀ ਹੈ? ਬੱਚੇ ਨੂੰ ਉੱਥੋਂ ਪੁੱਛਿਆ ਜਾਂਦਾ ਤੁਸੀਂ ਫੀਸ ਕਿੰਨੇ ਟਾਈਮ ਦੀ ਭਰੀ ਹੈ। ਹੁਣ ਬੱਚੇ ਦਾ ਪੈਕੇਜ ਸਾਲ ਦਾ ਸੀ, ਬੱਚੇ ਨੇ ਦੱਸਿਆ ਕਿ ਮੈਂ ਸਾਲ ਦੀ ਫੀਸ ਆਪਣੀ ਪੇ ਕੀਤੀ ਹੋਈ ਹੈ। ਯੂਨੀਵਰਸਿਟੀ ਨੇ ਰਸੀਦ ਮੰਗੀ, 에ਅਰਪੋਰਟ ਅਥਾਰਟੀ ਨੇ ਰਸੀਦ ਮੰਗੀ, ਉਹਨਾਂ ਕੋਲ ਨਹੀਂ ਸੀਗੀ। ਸੋ ਜਦੋਂ ਉਹਨਾਂ ਨੇ ਰਸੀਦ ਚੈੱਕ ਕੀਤਾ ਤਾਂ ਬੱਚੇ ਦਾ ਕੈਸ਼ ਲੈਟਰ ਦੇਖਿਆ, ਕੈਸ਼ ਲੈਟਰ ਤੇ ਫੀਸ ਹੀ ਸਾਰੀ 2 ਮਹੀਨੇ ਦੀ ਪੇ ਸੀ। 2000 ਪਾਉਂਡ ਏਜੰਟ ਨੇ ਯੂਨੀਵਰਸਿਟੀ ਨੂੰ ਪੇ ਕੀਤੇ ਸੀਗੇ, ਉੱਤੇ ਬੱਚੇ ਦਾ ਵੀਜ਼ਾ ਆ ਗਿਆ। ਲੱਖ ਰੁਪਇਆ ਖਰਚਾ, 3 ਲੱਖ ਰੁਪਇਆ ਖਰਚਾ ਲਗਾ ਕੇ 4 ਲੱਖ ਲਗਾ ਲਓ ਤੁਸੀਂ ਮੈਕਸਿਮਮ, ਬੱਚੇ ਕੋਲੋਂ 22 ਲੱਖ ਲੈ ਲਿਓ। ਹੁਣ ਬੱਚੇ ਨੇ ਫੀਸ ਅੱਗੇ ਦਿੱਤੀ ਨਹੀਂ ਸੀ। ਸੋ 에ਅਰਪੋਰਟ ਅਥਾਰਟੀ ਨੇ ਕੁਐਸਚਨ ਕੀਤਾ, ਇਮੀਗ੍ਰੇਸ਼ਨ ਨੇ, ਤੁਹਾਨੂੰ ਤਾਂ ਆਪਣੇ ਪ੍ਰੋਫਾਈਲ ਬਾਰੇ ਪਤਾ ਹੀ ਨਹੀਂ, ਤੁਸੀਂ ਕੀ ਕੀਤਾ ਨਹੀਂ ਕੀਤਾ। ਉਹ ਬੱਚੇ ਦਾ ਵੀਜ਼ਾ ਕੈਂਸਲ ਕਰਕੇ 10 ਸਾਲ ਦਾ ਬੈਨ ਲਾ ਕੇ ਇੰਡੀਆ ਨੂੰ ਡਿਪੋਰਟ ਕਰ ਦਿੱਤਾ ਗਿਆ। ਸੋ ਗਲਤੀ ਕਿਤੇ ਨਾ ਕਿਤੇ ਬੱਚਿਆਂ ਦੀ ਵੀ ਨਾਲ ਰਹਿੰਦੀ ਹੈ। ਬੇਸ਼ੱਕ ਏਜੰਟ ਵੀ ਇਸ ਲਾਈਨ 'ਚ ਬਹੁਤ ਮਾੜਾ ਕੰਮ ਕਰਦੇ ਆ, ਪਰ ਬੱਚਿਆਂ ਦੀ ਗਲਤੀ ਵੀ ਨਾਲ ਹੈ। ਅਪਲਾਈ ਕਰਨ ਤੋਂ ਪਹਿਲਾਂ ਵੈਰੀਫਿਕੇਸ਼ਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਹਿੰਦੇ ਘਰ ਦੀ ਦਿਉੜੀ ਦੇਖ ਕੇ ਘਰ ਦੇ ਭਾਗ ਪਤਾ ਲੱਗ ਜਾਂਦੇ ਆ। ਕਿਸੇ ਏਜੰਟ ਕੋਲ ਜਾਂਦੇ ਹੋ, ਦੇਖਿਆ ਕਰੋ ਉੱਥੇ ਕੋਈ ਪਹਿਲਾਂ ਵੀ ਕਲਾਇੰਟ ਬੈਠਾ ਕਿ ਨਹੀਂ ਬੈਠਾ, ਲੇਟੈਸਟ ਲੱਗੇ ਹੋਏ ਵੀਜ਼ਾ ਹੈਗੇ ਕਿ ਨਹੀਂ ਹੈਗਾ। ਅੱਜ ਦੀ ਡੇਟ ਸਭ ਤੋਂ ਵਧੀਆ ਚੀਜ਼ ਹੈ, ਸੋਸ਼ਲ ਮੀਡੀਆ ਨੂੰ ਫੋਲੋ ਕਰੋ ਉਹਨਾਂ ਦੇ। ਤੁਸੀਂ ਅੱਜ ਬਾਹਰ ਜਾਣਾ 15-20 ਕੰਸਲਟੈਂਟ ਨੂੰ ਫੋਲੋ ਕਰੋ, ਤੁਹਾਨੂੰ ਪਤਾ ਲੱਗੂਗਾ ਕਿਹੜੇ ਕੰਸਲਟੈਂਟ ਦੇ ਕਿੰਨੇ ਵੀਜ਼ਾ ਆ ਰਹੇ ਹੈ। ਵੀਜ਼ਾ ਦੀ ਜੈਨੂਇਨਟੀ ਜਿਹੜੀ ਉਹ ਬੱਚੇ ਨੂੰ ਦੇਖ ਕੇ ਪਤਾ ਲੱਗ ਜਾਂਦਾ। ਇਹ ਨਹੀਂ ਕਿ ਫੇਕ ਬੰਦਾ ਇੱਕ ਵੀਜ਼ਾ ਦਿਖਾ ਲੂਗਾ, 2 ਦਿਖਾ ਲੂਗਾ, 10 ਦਿਖਾ ਲੂਗਾ। ਅੱਜ ਕੱਲ੍ਹ ਇਹ ਵੀ ਟ੍ਰੈਂਡ ਹੈ ਜੀ। ਮੰਨ ਲਓ ਮੈਂ ਵੀਜ਼ਾ ਕਿਸੇ ਬੱਚੇ ਦਾ ਪਾਤਾ, ਮੇਰੇ ਪੇਜ ਤੋਂ ਕਾਪੀ ਕਰਕੇ ਕਿਸੇ ਹੋਰ ਨੇ ਵੀ ਪਾਤਾ, ਕਿਉਂਕਿ ਅੱਜ ਕੱਲ੍ਹ ਮੈਨੂੰ ਲੱਗਦਾ ਕਿ ਹਰੇਕ ਬੰਦਾ ਇਹਨਾਂ ਕੰਮਾਂ 'ਚ ਬਹੁਤ ਟ੍ਰੇਨਡ ਹੈ ਕਿ ਤੁਸੀਂ ਕਾਪੀ ਪੇਸਟ ਕਰਨਾ ਜ਼ਿਆਦਾ ਈਜ਼ੀ ਹੈ। ਸੋ ਜਾ ਕੇ ਇਹ ਚੈੱਕ ਕਰਿਆ ਕਰੋ ਕਿਤੇ ਕੋਈ ਸਾਨੂੰ ਫੇਕ ਤਾਂ ਨਹੀਂ ਦਿਖਾ ਰਿਹਾ, ਸਾਨੂੰ ਵੀਜ਼ੇ ਤਾਂ ਨਹੀਂ ਫੇਕ। ਕੰਮ ਜਿਹੜਾ ਹੈਗਾ ਜੈਨੂਇਨ ਚੈੱਕ ਕਰਨਾ ਤਾਂ ਸੋਸ਼ਲ ਮੀਡੀਆ 'ਚ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਟੀਵੀ 'ਤੇ ਵੀ ਜੇ ਐਡ ਦੇਖਦੇ ਹੋ, ਸੋਸ਼ਲ ਮੀਡੀਆ 'ਤੇ ਵੀ ਐਡ ਦੇਖਦੇ ਹੋ, ਤਾਂ ਐਡ ਨੂੰ ਵੈਰੀਫਾਈ ਜ਼ਰੂਰ ਕਰਿਆ ਕਰੋ ਕਿ ਕੰਸਲਟੈਂਟ ਜੋ ਗੱਲ ਕਹਿ ਰਿਹਾ ਉਹ 'ਚ ਕਿੰਨੀ ਕੁ ਸੱਚਾਈ ਹੈ, ਕਿ ਜਦੋਂ ਆਫਿਸ ਜਾ ਕੇ ਤੁਸੀਂ ਉਹ ਚੀਜ਼ ਦੇਖਦੇ ਹੋ ਕਿ ਉਹ ਤੁਹਾਨੂੰ ਦੇਖਣ ਨੂੰ ਮਿਲਦਾ। ਅੱਜ ਤੁਸੀਂ ਫੋਰ ਐਗਜ਼ਾਮਪਲ ਮੇਰੀ ਐਡ ਦੇਖ ਰਹੇ ਹੋ, ਕੱਲ੍ਹ ਨੂੰ ਤੁਸੀਂ ਮੇਰੇ ਦਫ਼ਤਰ 'ਚ ਆਉਂਦੇ ਹੋ, ਤੁਸੀਂ ਆ ਕੇ ਕਹੋ ਮੈਂ ਜਤਿੰਦਰ ਨੂੰ ਮਿਲਣਾ ਹੈ, ਮੇਰਾ ਸਟਾਫ ਜਤਿੰਦਰ ਨੂੰ ਨਾ ਮਿਲਾਏ। ਜਾਣਦੇ ਹੋ ਆਫਿਸ ਤਾਂ ਓਨਰ ਨੂੰ ਜ਼ਰੂਰ ਮਿਲਿਆ ਕਰੋ, MD ਨੂੰ ਜ਼ਰੂਰ ਮਿਲਿਆ ਕਰੋ ਕਿ ਉੱਥੇ ਕੌਣ ਡੀਲ ਕਰਦਾ। ਇਹ ਤਾਂ ਨਹੀਂ ਤੁਸੀਂ ਗਏ ਰਿਸੈਪਸ਼ਨ 'ਤੇ ਆਪਣੀ ਫਾਈਲ ਦੇ ਕੇ ਆਪਣਾ ਪਰ ਉਹ ਐ ਕਹਿੰਦੇ MD ਸਾਹਿਬ ਤਾਂ ਬਿਜ਼ੀ ਬਹੁਤ ਨੇ। ਬਿਲਕੁਲ ਨਹੀਂ, ਮੈਂ ਹਮੇਸ਼ਾ ਮੈਨੂੰ ਲੱਗਦਾ ਕਿ ਟੀਵੀ ਸ਼ੋਅ ਕਰਦਿਆਂ ਬਹੁਤ ਟਾਈਮ ਹੋ ਗਿਆ, ਹਰੇਕ ਬੱਚੇ ਨੂੰ ਸਹੂਲਤ ਦਿੱਤੀ ਹੋਈ ਹੈ ਕਿ ਜੇ ਪੇਜ ਫੋਲੋ ਕੀਤਾ, ਮੈਨੂੰ ਲੱਗਦਾ ਮੇਰੇ ID ਪਰਸਨਲ ਵੀ ਤੁਸੀਂ ਫੋਲੋ ਕੀਤੀ ਹੋਈ ਹੈ। ਕਾਫੀ ਬੱਚਿਆਂ ਨੂੰ ਬੱਚੇ ਸਵਾਲ ਜਵਾਬ ਵੀ ਕਰਦੇ ਆ ਔਰ ਆਨਸਰ ਵੀ ਮਿਲਦਾ। ਮੈਨੂੰ ਲੱਗਦਾ ਕਿ ਅੱਜ ਤੱਕ ਗਗਨ ਜੀ ਮੈਂ ਬੱਚੇ ਇੱਕ ਐਗਜ਼ਾਮਪਲ ਦਊਂਗਾ, ਮੇਰੇ ਤੋਂ ਕੋਈ ਬੱਚਾ ਨਾਰਾਜ਼ ਨਹੀਂ ਹੋਣਾ ਇਸ ਚੀਜ਼ ਨੂੰ ਲੈ ਕੇ ਕਿ ਸਰ ਮਿਲਦੇ ਨਹੀਂ। ਮੈਨੂੰ ਲੱਗਦਾ ਮੈਕਸਿਮਮ ਜਿਹੜੇ ਕਲਾਇੰਟ ਸਾਡੇ ਕੋਲ ਵਿਜ਼ਿਟ ਕਰਦੇ ਆ, ਜਿੰਨੇ ਬੱਚੇ ਹੁੰਦੇ ਆ, ਹਰੇਕ ਨਾਲ ਮੈਂ 1 to 1 ਜ਼ਰੂਰ ਮਿਲਦਾ। ਬਹੁਤ ਵਧੀਆ ਗੱਲ। ਅੱਛਾ ਜਤਿੰਦਰ ਜੀ, ਆਪਾਂ ਤੁਸੀਂ UK ਦੀ ਗੱਲ ਕੀਤੀ, ਆਪਾਂ ਬਰੀਫ ਦੇ ਵਿੱਚ ਜੇਕਰ ਰੱਖੀ UK ਦਾ ਇਸ ਵੇਲੇ ਕੀ ਚੱਲ ਰਿਹਾ, ਪੈਕੇਜ ਦੀ ਵੀ ਗੱਲ ਕੀਤੀ ਜਾਵੇ ਤਾਂ ਵੈਸੇ ਵੀ ਕੀ ਚੱਲ ਰਿਹਾ UK ਦਾ? UK ਗਗਨ ਜੀ ਜਿਹੜਾ ਸਤੰਬਰ ਇੱਕ ਉਹ ਵੀ ਦੱਸਿਓ ਕਿ ਆਇਲਸ ਦਾ ਬੈਂਡ ਕੀ ਰਿਕੁਆਇਰਡ ਹੈ, ਕਿਉਂਕਿ ਇਹ ਵੀ ਇੱਕ ਅੱਜ ਕੱਲ੍ਹ ਬਹੁਤ, ਮੈਂ ਤਾਂ ਇਹਨੂੰ ਫਰਜ਼ੀਵਾੜਾ ਹੀ ਕਹੂੰਗਾ, ਚੱਲ ਰਿਹਾ। ਕਹਿੰਦੇ ਆਈਲੈਟਸ ਤੋਂ ਬਿਨਾਂ ਤੁਸੀਂ ਜਾਓ। ਨਹੀਂ ਗਗਨ ਜੀ, ਮਾਫੀ ਚਾਹੁੰਦਾ, ਤੁਹਾਡੀ ਗੱਲ ਕੱਟੀ ਹੈ ਮੈਂ ਕਿ ਫਰਜ਼ੀਵਾੜਾ ਨਹੀਂ, ਆਇਲਸ ਤੋਂ ਬਿਨਾਂ ਬਹੁਤ ਵੀਜ਼ੇ ਲੱਗ ਰਹੇ ਆ। ਪਰ ਉਹਦੇ ਵਿੱਚ ਸਕਸੈਸ ਰੇਟ ਵੀ ਹੈਗਾ ਭਾਜੀ? ਸਕਸੈਸ ਰੇਟ ਆਲਮੋਸਟ, ਜੇ ਆਪਣੀ ਗੱਲ ਕਰੀਏ ਸਾਡਾ 100% ਸਕਸੈਸ ਰੇਟ ਹੈ ਹੁਣ ਤੱਕ ਬਿਨਾਂ ਆਇਲਸ ਵੀ UK ਦੇ ਵੀਜ਼ੇ ਲਵਾਉਣ ਦੇ। UK ਵੀਜ਼ਾ ਤੁਸੀਂ ਲੈਣਾ ਜੇ ਫਿਰ UK ਵਾਲੇ ਉਧਰੋਂ ਸਰਕਾਰ ਵੱਲੋਂ ਇਹ ਮਾਨਤਾ ਹੈਗੀ ਇਸ ਚੀਜ਼? ਸਰਕਾਰ ਵੱਲੋਂ ਮਾਨਤਾ ਇਸ ਚੀਜ਼ ਦੀ ਕਿ ਬੱਚੇ ਦਾ ਇੰਗਲਿਸ਼ ਦਾ ਲੈਵਲ ਉਹ ਕਲੀਅਰ ਹੋਣਾ ਚਾਹੀਦਾ। ਜੇ ਯੂਨੀਵਰਸਿਟੀ ਲੈਵਲ ਚੈੱਕ ਕਰਦੀ ਹੈ, ਯੂਨੀਵਰਸਿਟੀ ਦੱਸਦੀ ਹੈ ਕਿ ਬੱਚੇ ਦਾ ਸੈਲਟ ਜਿਹੜਾ ਰਿਕੁਆਇਰਡ ਹੈ ਕਿ ਨਹੀਂ ਹੈ। ਸੋ UK ਤੁਸੀਂ ਅਪਲਾਈ ਕਰਨਾ, ਪਰ ਉਹਦੇ ਵਿੱਚ ਸ਼ਰਤਾਂ ਨੇ ਕੁਝ। UK ਬਿਨਾਂ ਆਇਲਸ ਤੋਂ ਤੁਹਾਨੂੰ ਵੀਜ਼ਾ ਦੇ ਰਿਹਾ, ਬਿਨਾਂ PT ਤੋਂ ਵੀਜ਼ਾ ਦੇ ਰਿਹਾ, ਪਰ ਬਿਨਾਂ ਇੰਗਲਿਸ਼ ਤੋਂ ਵੀਜ਼ਾ ਨਹੀਂ ਦੇ ਰਿਹਾ। ਆਪਣੇ ਇੱਥੇ UK ਬਿਨਾਂ ਇੰਗਲਿਸ਼ ਤੋਂ ਸਿੰਗਾਪੁਰ, ਸਾਈਪਰਸ ਤਰ੍ਹਾਂ ਵੇਚਿਆ ਜਾ ਰਿਹਾ ਕਿ ਤੁਸੀਂ 12ਵੀਂ ਪਾਸ ਤੋਂ UK ਪਹੁੰਚ ਜਾਓਗੇ। ਬਿਲਕੁਲ ਨਹੀਂ, ਤੁਸੀਂ +2 ਪਾਸ ਕੀਤੀ ਹੋਈ ਹੈ, ਘੱਟੋ ਘੱਟ ਇੰਗਲਿਸ਼ ਸਬਜੈਕਟ ਦੇ 70% ਨੰਬਰ ਨੇ। ਓਵਰਆਲ ਪਰਸੈਂਟੇਜ ਤੁਹਾਡੀ 50-55 ਵੀ ਚੱਲ ਜਾਊਗੀ। ਇੰਗਲਿਸ਼ ਸਬਜੈਕਟ ਦੇ ਵਿੱਚ ਨੰਬਰ ਜੇਕਰ 70% ਨੇ ਤਾਂ ਤੁਸੀਂ ਬਿਨਾਂ ਆਇਲਸ UK ਜਾ ਸਕਦੇ ਹੋ। ਗ੍ਰੈਜੂਏਸ਼ਨ ਕੀਤੀ ਹੈ ਤਾਂ ਵੀ ਵਿਦਆਊਟ ਆਇਲਸ ਆਪਣੇ ਸਪਾਊਸ ਤੇ ਬੱਚਿਆਂ ਨੂੰ ਨਾਲ ਲੈ ਕੇ ਵੀ ਤੁਸੀਂ UK ਜਾ ਸਕਦੇ ਹੋ, ਪਰ ਇੰਗਲਿਸ਼ ਸਬਜੈਕਟ ਦੇ ਵਿੱਚ 70% ਨੰਬਰ ਹੋਣੇ ਲਾਜ਼ਮੀ ਨੇ। ਜੇ ਨੰਬਰ ਘੱਟ ਨੇ, ਓਵਰਆਲ ਬੈਂਡ ਸਕੋਰ 6 ਹੈ, ਤਾਂ ਕਿਸੇ 1-2 ਮੋਡਿਊਲ 5.5 ਬੈਂਡ ਨੇ ਤਾਂ ਵੀ ਜਾ ਸਕਦੇ ਹੋ। ਛੋਟੀ ਜਿਹੀ ਗੱਲ ਮੈਂ ਇੱਕ ਹੋਰ ਐਡ ਕਰੂੰਗਾ, ਤੁਹਾਡੇ ਇੰਗਲਿਸ਼ 'ਚ 60% ਨੰਬਰ ਨੇ, ਓਵਰਆਲ 45% ਨੰਬਰ ਨੇ, ਤਾਂ ਵੀ UK ਜਾ ਸਕਦੇ। ਉਹ ਕਿਵੇਂ ਹੈ? ਹੁਣ ਉਹ ਚੀਜ਼ ਨੂੰ ਕਾਫੀ ਜ਼ਿਆਦਾ ਕਿਹਾ ਜਾ ਰਿਹਾ ਕਿ ਤੁਸੀਂ ਇੰਟਰਵਿਊ ਵੀ ਨਹੀਂ ਹੋਣਾ ਤੁਹਾਡਾ, ਤੁਸੀਂ 45% ਨੰਬਰ ਨਾਲ ਜਾਓਗੇ। ਉਹ ਕਿੱਦਾਂ? ਕੁਛ ਕੁ ਯੂਨੀਵਰਸਿਟੀਜ਼ ਨੇ, ਹਰੇਕ ਯੂਨੀਵਰਸਿਟੀ ਦਾ ਆਪਣਾ ਕ੍ਰਾਈਟੇਰੀਆ। ਅੱਜ ਜਿੱਥੇ ਇੱਕ ਯੂਨੀਵਰਸਿਟੀ ਇੰਗਲਿਸ਼ 'ਚੋਂ 70 ਨੰਬਰ ਮੰਗਦੀ ਹੈ, ਉੱਥੇ ਇੱਕ ਯੂਨੀਵਰਸਿਟੀ ਇਹ ਸਾਰੇ ਪੂਲ ਹੀ ਨਹੀਂ ਹੈਗਾ, ਕੁਝ ਕੁ ਯੂਨੀਵਰਸਿਟੀਜ਼ ਨੇ। ਕੁਝ ਕੁ ਯੂਨੀਵਰਸਿਟੀਆਂ ਇਹ ਵੀ ਨੇ ਜਿਹੜੀ ਯੂਨੀਵਰਸਿਟੀ ਕਹਿੰਦੇ ਕਿ ਪੰਜਾਬ ਦਾ ਬੱਚਾ ਲੈਣਾ ਹੀ ਨਹੀਂ ਹੈਗਾ, ਹਰਿਆਣੇ ਦਾ ਬੱਚਾ ਲੈਣਾ ਨਹੀਂ, UP ਗੁਜਰਾਤ ਦਾ ਬੱਚਾ ਨਹੀਂ ਲੈਣਾ। ਇਹ ਹੈਗਾ ਕਿਹਾ ਹੋਇਆ ਕਾਫੀ ਯੂਨੀਵਰਸਿਟੀਜ਼ ਨੇ ਜੀ। ਹੁਣ ਕਈ ਯੂਨੀਵਰਸਿਟੀ, ਮੈਂ ਰੀਸੈਂਟਲੀ ਇੱਕ ਯੂਨੀਵਰਸਿਟੀ ਦੀ ਕੱਲ ਅਪਡੇਟ ਆਈ, ਮੈਂ ਨਾਮ ਨਹੀਂ ਲਵਾਂਗਾ ਯੂਨੀਵਰਸਿਟੀ ਦਾ, ਕਿ ਪੰਜਾਬ ਹਰਿਆਣਾ ਦੇ ਬੱਚਿਆਂ ਨੇ ਜੇਕਰ ਫੀਸਾਂ ਪੇ ਵੀ ਕੀਤੀਆਂ ਨੇ, ਕੈਸ਼ ਲੈਟਰ ਹੁੰਦਾ ਜਦੋਂ ਬੱਚੇ ਦਾ ਵੀਜ਼ਾ ਫਾਈਲ ਤੋਂ ਪਹਿਲਾਂ ਕੈਸ਼ ਲੈਟਰ ਆਇਆ ਹੋਇਆ, ਤਾਂ ਉਹ ਵੀ ਬੱਚੇ ਫੀਸ ਆਪਣੀ ਵਾਪਸ ਮੰਗਾ ਲੈਣ ਸਾਡੇ ਤੋਂ, ਅਸੀਂ ਉਹਨਾਂ ਦੇ ਕੇਸ ਨਹੀਂ ਕਰਨੇ। ਕਾਰਨ ਕਿਤੇ ਨਾ ਕਿਤੇ ਜਿਹੜਾ ਪੈਕੇਜ ਸਿਸਟਮ ਵੱਧ ਚੱਲ ਗਿਆ, ਜਾਂ ਇੱਕ ਫਰਾਡ ਸਿਸਟਮ, ਫਰਾਡ ਡਾਕੂਮੈਂਟ ਦੀ ਗੱਲ ਕਰੀਏ, ਉਹਨਾਂ ਨੂੰ ਵੀ ਪਤਾ ਕਿਤੇ ਨਾ ਕਿਤੇ। ਸੋ ਇਸ ਕਰਕੇ ਕਾਫੀ ਚੇਂਜਸ ਹੋਏ ਨੇ। ਸੋ ਪਰ ਫਿਰ ਵੀ ਤਾਂ ਹੀ ਮੈਂ ਜਿਹੜੀ ਸਟਾਰਟਿੰਗ 'ਚ ਗੱਲ ਚੱਲੀ ਸੀ ਆਪਣੀ ਗਗਨ ਜੀ, ਕਿ ਕੰਸਲਟੈਂਟ ਨੂੰ ਵੈਰੀਫਾਈ ਕਰਕੇ ਫਿਰ ਭਵਿੱਖ ਦਾ ਫੈਸਲਾ ਲਓ, ਫਿਰ ਕਿਤੇ ਜਾਓ। ਔਰ ਜੇਕਰ ਤੁਸੀਂ ਘੱਟ ਖਰਚੇ 'ਚ ਅਪਲਾਈ ਕਰਨਾ ਚਾਹੁੰਦੇ ਹੋ, UK ਦਾ ਵੀਜ਼ਾ ਤੁਸੀਂ ਅੱਜ ਦੀ ਡੇਟ 'ਚ 10 ਤੋਂ 11 ਲੱਖ ਰੁਪਏ ਦਾ ਖਰਚਾ ਕਰਕੇ 6 ਮੰਥ ਦੀ ਫੀਸ ਦੇ ਨਾਲ UK ਜਾ ਸਕਦੇ ਹੋ ਬਿਨਾਂ ਆਇਲਸ ਕੀਤੇ, ਪਰ ਜਨਵਰੀ 2022 ਇਨਟੇਕ ਤੇ। ਮਤਲਬ
ਇਹ ਬਿਲਕੁਲ ਕਲੈਰਿਟੀ ਦੇ ਨਾਲ ਜਤਿੰਦਰ ਜੀ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ 10 ਤੋਂ 11 ਤੋਂ 12 ਲੱਖ ਰੁਪਏ ਦੇ ਵਿੱਚ ਤੁਸੀਂ ਅਵੇਰੀ ਕਰਦਾ ਯੂਕੇ ਜਾ ਸਕਦੇ ਹੋ। ਇਹ 3 ਮਹੀਨੇ ਦੀ ਫੀਸ ਹੋਊਗੀ ਇਹਦੇ ਵਿੱਚ? ਇਹਦੇ ਵਿੱਚ 6 ਮੰਥ ਦੀ ਫੀਸ ਹੋਊਗੀ, 6 ਮਹੀਨੇ ਦੀ ਫੀਸ ਹੋਊਗੀ। ਅੰਦਾਜ਼ਨ ਜਿਹੜੀ ਫੀਸ ਹੈ ਬੇਦੀ ਜੀ ਉਹ ਹੈਗੀ 10 ਤੋਂ 12 ਲੱਖ ਸਾਲ ਦੀ ਫੀਸ ਹੁੰਦੀ ਹੈ। ਬੱਚਾ 6 ਮੰਥ ਦੀ ਫੀਸ ਇੱਥੋਂ ਪੇ ਕਰਕੇ ਜਾ ਸਕਦਾ ਹੈ। ਹੁਣ ਬੱਚਾ ਇਹ ਵੀ ਕੁਐਸਚਨ ਕਰੂਗਾ ਸਾਨੂੰ ਕਿ 6 ਲੱਖ ਤਾਂ ਫੀਸ ਹੋਗੀ, ਬਾਕੀ 4-5 ਲੱਖ ਆਦਾ ਉਹਦੇ ਵਿੱਚ ਕੀ ਹੈ ਕਿ ਬੱਚੇ ਦੀ ਇੰਸ਼ੋਰੈਂਸ ਵੀ ਜਾਣੀ ਹੈ, ਬੱਚੇ ਦੀ ਐਮਬੈਸੀ ਫੀਸ ਵੀ ਜਾਣੀ ਹੈ। ਸੋ ਇੰਸ਼ੋਰੈਂਸ ਜਿਹੜੀ ਆ ਉਹ ਬੱਚੇ ਦੀ ਜਿੰਨੇ ਸਾਲ ਦੀ ਸਟੱਡੀ ਹੁੰਦੀ ਹੈ ਉਨੇ ਸਾਲ ਦੀ ਇੰਸ਼ੋਰੈਂਸ ਵੀ ਜਾਣੀ ਹੈ। ਸੋ ਇਹ ਚੀਜ਼ਾਂ ਧਿਆਨ 'ਚ ਰੱਖ ਕੇ ਤੁਸੀਂ 6 ਮੰਥ ਦੀ ਫੀਸ ਪੇ ਕਰਦੇ ਹੋ 10 ਤੋਂ 11 ਲੱਖ ਦੇ ਖਰਚੇ 'ਚ ਈਜ਼ੀਲੀ ਤੁਸੀਂ ਯੂਕੇ ਮੂਵ ਹੋ ਸਕਦੇ ਹੋ। ਪਰ ਧਿਆਨ ਰਹੇ ਕਿ ਉੱਥੇ ਜਾ ਕੇ ਜਿਹੜਾ ਆਪਾਂ ਅੱਗੇ ਕਰਨਾ ਕੰਮ, ਅੱਗੇ ਕੀ ਹੈ ਕਿ ਬੱਚਾ ਸੋਚਦਾ 10 ਲੱਖ 'ਚ ਮੈਂ ਯੂਕੇ ਪਹੁੰਚ ਗਿਆ ਤੇ ਮੈਂ ਹੁਣ ਇੱਥੇ ਆ ਗਿਆ, ਮੈਨੂੰ ਹੁਣ ਵਰਕ ਸਟੱਡੀ ਕਰਨੀ ਹੈ, ਫਿਰ ਮੈਨੂੰ ਵਰਕ ਪਰਮਿਟ ਮਿਲ ਜਾਣਾ, ਫਿਰ ਮੈਂ ਪੱਕਾ ਹੋ ਜਾਣਾ। ਇਸ ਤਰ੍ਹਾਂ ਬਿਲਕੁਲ ਨਹੀਂ ਹੋਣਾ। ਜਾ ਕੇ ਜਿਹੜੀ ਸਟਰਗਲ ਹੈ ਉੱਥੋਂ ਸਟਾਰਟ ਹੋਣੀ ਹੈ ਤੁਹਾਡੀ। 6 ਮੰਥ ਦੀ ਫੀਸ ਪੇ ਕਰਕੇ ਗਏ ਹੋ, ਅਗਲੀ ਫੀਸ ਵੀ ਭਰਨੀ ਪੈਣੀ ਹੈ। 3 ਸਾਲ ਦੀ ਜੇਕਰ ਡਿਗਰੀ ਹੈ, ਡਿਗਰੀ ਕੰਪਲੀਟ ਕਰੋਗੇ ਉਸ ਤੋਂ ਬਾਅਦ 2 ਸਾਲ ਦਾ ਪੋਸਟ। ਭਾਜੀ ਬਹੁਤ ਵਧੀਆ ਗੱਲ ਹੈ ਕਿ ਬਿਲਕੁਲ ਕੋਈ ਬਿਲਕੁਲ ਕਲੈਰਿਟੀ ਦੇ ਨਾਲ ਬਿਲਕੁਲ ਟਰਾਂਸਪੇਰੈਂਟ ਗੱਲ ਕੀਤੀ ਹੈ, ਕਿਉਂਕਿ ਆਮ ਤੌਰ ਤੇ ਇਹ ਗੱਲ ਕਹਿ ਦਿੰਦੇ ਆ ਪਹੁੰਚੋ ਤੁਸੀਂ ਪੱਕੇ ਹੋਗੇ ਪਿਛਲੇ ਨੂੰ ਬੁਲਾ ਲਓ, ਪਰ ਇਦਾਂ ਹੈ ਨਹੀਂਗਾ। ਇਹ ਬਹੁਤ ਵਧੀਆ ਗੱਲ ਹੈ। ਬੱਚੇ ਦੀ ਜਿਹੜੀ ਸਟਰਗਲ ਹੈ ਨਾ ਉਹ ਇੱਥੇ ਨਹੀਂ ਹੈਗੀ, ਵੀਜ਼ਾ ਲੈਣ ਤਾਂ ਕੋਈ ਸਟਰਗਲ ਨਹੀਂ ਹੈਗੀ। ਵੀਜ਼ਾ ਆ ਗਿਆ, ਤੁਸੀਂ ਯੂਕੇ ਪਹੁੰਚ ਗਏ, ਤੁਹਾਡੀ ਸਟਰਗਲ ਜਾ ਕੇ ਸਟਾਰਟ ਹੋਣੀ ਹੈ। ਕਿਉਂਕਿ ਜਿਵੇਂ ਕਿਹਾ ਜਾਂਦਾ ਕਿ ਪੈਸੇ ਜਿਹੜੇ ਨਾ ਪੱਤਿਆਂ ਨੂੰ ਨਹੀਂ ਲੱਗੇ ਹੋਏ, ਜਾ ਕੇ ਮਿਹਨਤ ਕਰਨੀ ਪੈਣੀ ਹੈ। ਬੱਚੇ ਨੇ ਜਿੱਥੇ ਜੌਬ ਕਰਨੀ ਹੈ, ਜੌਬ ਦੇ ਨਾਲ ਨਾਲ ਬੱਚੇ ਨੇ ਪੜ੍ਹਾਈ ਵੀ ਕਰਨੀ ਹੈ, ਕਿਉਂਕਿ ਪੜ੍ਹਾਈ ਤੁਹਾਡਾ ਮੇਨ ਫੋਕਸ ਹੈ। ਉਹਨਾਂ ਨੇ ਤੁਹਾਨੂੰ ਵੀਜ਼ਾ ਜਿਹੜਾ ਪੜ੍ਹਾਈ ਲਈ ਦਿੱਤਾ ਹੈ, ਉਹਨਾਂ ਨੇ ਕੰਮ ਲਈ ਨਹੀਂ ਦਿੱਤਾ। ਅੱਜ ਮੈਕਸਿਮਮ ਕਈ ਵਾਰੀ ਬੱਚਿਆਂ ਦੀ ਕਾਲ ਆਉਂਦੀ ਹੈ, ਸਰ ਕੰਮ ਨਹੀਂ ਮਿਲ ਰਿਹਾ ਜੀ ਹਜੇ। ਤਾਂ ਉਹਨਾਂ ਨੂੰ ਦੱਸੀਦਾ ਤੁਸੀਂ ਕੰਮ ਕਰਨ ਗਏ ਕਦੋਂ, ਤੁਸੀਂ ਤਾਂ ਪੜ੍ਹਾਈ ਲਈ ਗਏ ਹੋ ਨਾ। ਕੰਮ ਦੀ ਜਿਹੜੀ ਇੱਕ ਅਰਨਿੰਗ ਲਈ ਤੁਹਾਨੂੰ ਟਾਈਮ ਦਿੱਤਾ ਗਿਆ, ਜਿਹੜਾ ਤੁਹਾਨੂੰ 20 ਘੰਟੇ ਦਿੱਤੇ ਗਏ ਨੇ ਇੱਕ ਜਿਹੜਾ ਵੀਕ ਦੇ ਵਿੱਚ, ਉਹ ਸਿਰਫ ਤਾਂ ਨਾਲ ਪੋਕਟ ਮਨੀ ਕੱਢ ਲਓ। ਇਹ ਨਹੀਂ ਕਿ ਤੁਸੀਂ ਘਰ ਨੂੰ ਲੱਖਾਂ ਰੁਪਏ ਭੇਜਣੇ ਆ। ਦੂਜਾ ਛੋਟੀ ਜਿਹੀ ਗਲਤੀ ਮਾਂ-ਬਾਪ ਦੀ, ਜਦੋਂ ਬੱਚਾ ਪਹੁੰਚਦਾ ਉਹਨੂੰ ਮਹੀਨੇ ਬਾਅਦ ਕਾਲ ਕਰਦੇ ਨੇ ਕਿੰਨੇ ਪੈਸੇ ਭੇਜੇਗਾ, ਕਦੋਂ ਭੇਜੇਗਾ। ਸੋ ਬੱਚੇ ਨੂੰ ਆਪਾਂ ਪੜ੍ਹਾਈ ਲਈ ਭੇਜਿਆ, ਫੋਕਸ ਕਰੋ ਕਿ ਬੱਚਾ ਪਹਿਲਾਂ ਪੜ੍ਹਾਈ ਕਰੇ ਫਿਰ ਕੰਮ ਕਰੇ। ਉਹ ਸੈਟਲ ਵੀ ਤਾਂ ਹੀ ਹੋਊਗਾ ਜੇ ਪੜ੍ਹਾਈ ਕਰੂਗਾ। ਅੱਜ ਬੱਚਾ 3 ਸਾਲ ਸਟੱਡੀ ਕਰੂਗਾ, 2 ਸਾਲ ਦਾ ਯੂਕੇ 'ਚ PSW ਹੋਊਗਾ, ਉਸ ਤੋਂ ਬਾਅਦ ਬੱਚਾ PR ਪਾ ਸਕਦਾ ਹੈ। ਯੂਕੇ 'ਚ PR ਹੋ ਸਕਦੀ ਆ। ਮੈਕਸਿਮਮ ਆਪਾਂ ਦੇਖਦੇ ਹਾਂ ਕਿ ਯੂਕੇ ਦੀ PR ਨਹੀਂ ਹੈਗੀ। ਕਿਉਂ ਨਹੀਂ ਹੈਗੀ? ਸਾਡਾ ਬੱਚਾ ਜਾ ਕੇ ਪੜ੍ਹਦੇ ਨਹੀਂ, ਉਹ ਕ੍ਰਾਈਟੇਰੀਆ ਨਹੀਂ ਪੂਰਾ ਕਰਦਾ। ਬੱਚਾ 6 ਮੰਥ ਦੀ ਫੀਸ ਪੇ ਕੀਤੀ ਹੁੰਦੀ ਹੈ, ਉਹ 6 ਮੰਥ ਵੀ ਕਈ ਵਾਰੀ ਯੂਨੀਵਰਸਿਟੀ ਨਹੀਂ ਜਾਂਦਾ। ਔਰ ਅੱਜ ਦੀ ਡੇਟ 'ਚ ਤਾਂ ਮੈਨੂੰ ਲੱਗਦਾ ਪੜ੍ਹਾਈ ਇੰਨੀ ਸੌਖੀ ਹੈ ਕਿ ਬੱਚਾ ਜਾ ਰਿਹਾ ਹੈ, ਹਫਤੇ ਦੇ ਵਿੱਚ 2 ਦਿਨ ਗਗਨ ਜੀ ਕਲਾਸਾਂ ਨੇ, ਉਹ ਵੀ 2-3 ਘੰਟੇ ਦੀ ਕਲਾਸ ਹੈ। ਤੁਹਾਡੇ ਕੋਲ ਖੁੱਲ੍ਹਾ ਟਾਈਮ ਹੈਗਾ, ਤੁਸੀਂ ਆਪਣੀ ਅਰਨਿੰਗਸ ਕਰ ਸਕਦੇ ਹੋ, ਪਰ ਬਸ਼ਰਤੇ ਪੜ੍ਹਾਈ ਨੂੰ ਟਾਈਮ ਨਾਲ ਪੂਰਾ ਦਿਓ। ਬਿਲਕੁਲ। ਸੋ ਚਲੋ ਇਹ ਯੂਕੇ ਦੀ ਗੱਲ ਹੋ ਗਈ। ਜਤਿੰਦਰ ਜੀ ਆਪਾਂ ਕੈਨੇਡਾ ਦੀ ਗੱਲ ਕਰੀਏ। ਕੈਨੇਡਾ ਵੀ ਇੱਕ ਬਹੁਤ ਵੱਡਾ ਫੋਕਸ ਹੈ ਸਭ ਦਾ ਕੈਨੇਡਾ ਦੇ ਵਿੱਚ, ਔਰ ਕੈਨੇਡਾ ਦੇ ਨਾਮ ਤੇ ਸਭ ਤੋਂ ਵੱਧ ਠੱਗੀਆਂ ਹੋ ਰਹੀਆਂ ਨੇ। ਕੈਨੇਡਾ ਕਿਤੇ ਨਾ ਕਿਤੇ ਗਗਨ ਜੀ ਆਪਣੇ ਬੱਚੇ ਦਾ ਡ੍ਰੀਮ ਬਹੁਤ ਜ਼ਿਆਦਾ ਹੈ ਕਿ ਮੈਂ ਕੈਨੇਡਾ ਜਾਣਾ ਹੈ। ਮੈਕਸਿਮਮ ਆਪਾਂ ਦੇਖਦੇ ਹਾਂ ਕਿ ਬੱਚਾ ਜਦੋਂ ਬਾਹਰ ਜਾਣ ਦੀ ਸੋਚਦਾ ਤਾਂ ਬੱਚਾ ਜਿਹੜਾ ਪਹਿਲਾਂ ਫਾਈਲ ਲੈ ਕੇ ਆਉਂਦਾ ਉਹ ਕਹਿੰਦਾ ਕਿ ਮੈਂ ਕੈਨੇਡਾ ਜਾਣਾ। ਸਭ ਤੋਂ ਪਹਿਲਾਂ ਕੈਨੇਡਾ ਦਾ। ਅੱਜ ਯੂਕੇ ਦਾ ਰੌਲਾ ਵੱਧ ਕਿਉਂ ਹੈ? ਕਿਉਂਕਿ ਕੈਨੇਡਾ ਦੇ ਵਿੱਚ 6 ਬੈਂਡ ਨੇ, ਹਰੇਕ ਬੱਚੇ 6 ਬੈਂਡ ਨਹੀਂ ਹੁੰਦੇ, ਤਾਂ ਯੂਕੇ ਵੱਲੋਂ ਆ ਗਿਆ। ਜਾਂ ਪਿਛਲੇ ਕਾਫੀ ਟਾਈਮ ਤੋਂ ਫਲਾਈਟਸ ਬੰਦ ਸੀ, ਜਾਂ ਅੱਜ ਤੋਂ 1 ਮੰਥ ਪਹਿਲਾਂ ਕਿ 22 ਤੋਂ ਲੈ ਕੇ 27,000 ਤੱਕ ਜਿਹੜੀ ਰਿਫਿਊਜ਼ਲ ਆਈ ਕੈਨੇਡਾ ਤੋਂ ਇਕੱਠੀ ਇੰਨੀ ਵੱਡੇ ਅਮਾਊਂਟ 'ਚ, ਉਹ ਬੱਚੇ ਡਰ ਗਏ, ਕਿਤੇ ਨਾ ਕਿਤੇ ਮੋਲਡ ਹੋਣ ਲੱਗੇ ਕਿ ਨਹੀਂ ਹੁਣ ਕੈਨੇਡਾ ਵੀਜ਼ਾ ਨਹੀਂ ਆਊਗਾ। ਪਰ ਹੁਣ ਪਿਛਲੇ ਮੈਨੂੰ ਲੱਗਦਾ ਕਿ 10 ਦਿਨਾਂ ਦੇ ਵਿੱਚ ਕਾਫੀ ਕੈਨੇਡਾ ਦੇ ਵਧੀਆ ਵੀਜ਼ੇ ਆ ਰਹੇ ਨੇ, ਤੁਸੀਂ ਲੋਕ ਵੀ ਦੇਖ ਰਹੇ ਹੋਵੋਗੇ। ਸੋ ਕੈਨੇਡਾ ਜੇਕਰ ਕੋਈ ਬੱਚਾ ਅਪਲਾਈ ਕਰਨਾ ਚਾਹੁੰਦਾ, ਖਾਸ ਕਰਕੇ ਜਿਹੜੇ ਬੱਚੇ ਹੁਣ 2021 ਪਾਸ ਆਊਟ ਹੋਏ ਨੇ +2 ਦੇ ਵਿੱਚੋਂ ਜਾਂ ਗ੍ਰੈਜੂਏਸ਼ਨ ਦੇ ਵਿੱਚੋਂ, ਜਾਂ ਜਿਹੜੇ 2020 ਪਾਸ ਆਊਟ ਨੇ, ਸਾਡੀ ਕੰਪਨੀ ਦਾ ਹਮੇਸ਼ਾ ਦੇ ਉਪਰਾਲਾ ਰਿਹਾ ਉਹਨਾਂ ਬੱਚਿਆਂ ਦੇ ਜਿਹੜੇ ਲੇਟੈਸਟ ਪਾਸ ਆਊਟ ਹੁੰਦੇ ਨੇ। ਓਵਰਆਲ ਬੈਂਡ ਸਕੋਰ 6 ਹੈ, ਕਿਸੇ ਮੋਡਿਊਲ 6 ਬੈਂਡ ਤੋਂ ਘੱਟ ਨਹੀਂ ਹੈਗੇ, ਪਰਸੈਂਟੇਜ ਘੱਟੋ ਘੱਟ 60% ਹੈ। ਤੁਸੀਂ ਬਿਨਾਂ ਕੋਈ ਫੀਸ ਦਿੱਤੇ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਤੁਸੀਂ ਕੋਈ ਪ੍ਰੋਸੈਸਿੰਗ ਫੀਸ ਕੰਪਨੀ ਨੂੰ ਪਹਿਲਾਂ ਨਹੀਂ ਦੇਣੀ, ਕੋਈ ਪ੍ਰੋਸੈਸਿੰਗ ਫੀਸ ਕੰਪਨੀ ਨੂੰ ਬਾਅਦ 'ਚ ਨਹੀਂ ਦੇਣੀ। ਇਹ ਬਿਨਾਂ ਫੀਸ ਦਾ ਮਤਲਬ ਇਹ ਹੈ ਕਿ ਪ੍ਰੋਸੈਸਿੰਗ ਫੀਸ, ਇਹ ਨਹੀਂ ਕਿ ਤੁਸੀਂ ਆਪਣੀ ਫੀਸ ਨਹੀਂ ਦੇਣੀ। ਬੱਚੇ ਨੇ GIC ਮੈਡੀਕਲ ਕਾਲਜ ਫੀਸ ਟ੍ਰਾਂਸਫਰ ਕਰਨੀ ਹੈ, ਉਹ ਵੀ ਡਾਇਰੈਕਟਲੀ ਕਾਲਜ ਨਹੀਂ ਕਰਨੀ ਹੈ, ਸਾਨੂੰ ਤੁਸੀਂ ਕੋਈ ਪੈਸਾ ਨਹੀਂ ਦੇਣਾ। ਇੱਕ ਇਹ ਹੈ ਕਿ ਜਿਹੜਾ ਬੱਚਾ ਲੇਟੈਸਟ ਪਾਸ ਆਊਟ ਹੈ ਔਰ E6 ਬੈਂਡ ਯਾਨੀ ਕਿ ਅੰਡਰ SDS ਕੈਟਾਗਰੀ ਫਾਲ ਕਰਦਾ ਹੈ। ਉਸ ਤੋਂ ਇਲਾਵਾ ਕੋਈ ਬੱਚਾ ਜਿਹੜਾ ਹੁਣ ਨਵੰਬਰ ਇਨਟੇਕ ਲਈ ਅਪਲਾਈ ਕਰਨਾ ਚਾਹੁੰਦਾ ਹੈ, ਕਿਉਂਕਿ ਸਤੰਬਰ ਇਨਟੇਕ ਕਲੋਜ਼ ਹੋ ਚੁੱਕਿਆ, ਜਨਵਰੀ 2022 ਇਨਟੇਕ ਹੈ। ਕਿਊਬੈਕ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਵੈਨਕੂਵਰ 'ਚ ਅਪਲਾਈ ਕਰਨਾ ਚਾਹੁੰਦੇ ਹੋ, ਸਾਡੇ ਕੋਲ ਨਵੰਬਰ 2021 ਦਾ ਇਨਟੇਕ ਹਜੇ ਵੀ ਅਵੇਲੇਬਲ ਹੈ। ਜੇਕਰ ਓਵਰਆਲ ਬੈਂਡ ਸਕੋਰ 6 ਹੈ, ਕਿਸੇ ਇੱਕ 'ਚ 5.5 ਵੀ ਨੇ, ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਵੀਜ਼ਾ ਰੇਸ਼ੋ ਜਿਹੜੀ ਬਹੁਤ ਵਧੀਆ ਹੈ। ਫਲਾਈਟਸ ਦਾ ਸਟੇਟਸ ਜਿਹੜਾ ਆ ਚੁੱਕਿਆ ਕਿ 21 ਅਗਸਤ ਤੋਂ ਬਾਅਦ ਫਲਾਈਟ ਵੀ ਓਪਨ ਹੋ ਰਹੀਆਂ ਨੇ। ਸੋ ਜਿੰਨਾ ਜਲਦੀ ਹੋ ਸਕਦਾ ਅਪਲਾਈ ਕਰੋ, ਕਿਉਂਕਿ ਕੈਨੇਡਾ ਵਿੱਚ ਇਹੀ ਇਸ਼ੂ ਸਭ ਤੋਂ ਵੱਧ ਹੁੰਦਾ ਹੈ ਕਿ ਸੀਟਾਂ ਘੱਟ ਜਾਂਦੀਆਂ ਨੇ, ਇਨਟੇਕ ਖਤਮ ਹੋ ਜਾਂਦੇ ਨੇ, ਬੱਚੇ ਅਪਲਾਈ ਕਰਨ 'ਚ ਡਿਲੇ ਕਰ ਜਾਂਦੇ ਨੇ। ਬੱਚਾ ਅੱਜ ਵੀ ਸੋਚ ਰਿਹਾ ਕਿ ਜਨਵਰੀ 'ਚ ਹਜੇ 5 ਮਹੀਨੇ ਪਏ ਨੇ, ਹਜੇ ਮੈਂ 2 ਮਹੀਨੇ ਠਹਿਰ ਕੇ ਅਪਲਾਈ ਕਰੂੰਗਾ। ਜਦੋਂ ਨੂੰ ਬੱਚੇ ਨੇ ਅਪਲਾਈ ਕਰਨਾ ਉਦੋਂ ਨੂੰ ਮਈ ਇਨਟੇਕ ਆ ਜਾਣਾ, ਫਿਰ ਬੱਚੇ ਨੇ ਕਹਿਣਾ ਕਿ ਮੇਰਾ ਗੈਪ ਪੈ ਗਿਆ। ਸੋ ਬੈਟਰ ਹੈ ਜਨਵਰੀ ਇਨਟੇਕ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਨਵੰਬਰ ਇਨਟੇਕ ਅਪਲਾਈ ਕਰਨਾ ਚਾਹੁੰਦੇ ਹੋ, ਜਿੰਨੀ ਜਲਦੀ ਹੋ ਸਕਦਾ ਅਪਲਾਈ ਕਰੋ। ਔਰ ਖਾਸ ਕਰਕੇ ਜੇਕਰ ਕੋਈ ਸਤੰਬਰ ਇਨਟੇਕ ਦਾ ਲਾਲਚ ਦੇ ਰਿਹਾ ਤੁਹਾਨੂੰ, ਤਾਂ ਸਤੰਬਰ ਇਨਟੇਕ ਲਈ ਅਪਲਾਈ ਨਾ ਕਰੋ। ਕਿਤੇ ਨਾ ਕਿਤੇ ਜਿਹੜਾ ਕਾਰਨ ਹੈ ਉਹ ਰਿਫਿਊਜ਼ਲ ਦਾ ਬਣਨਾ, ਕਿਉਂਕਿ ਸਤੰਬਰ ਇਨਟੇਕ ਸਾਰਾ ਕਲੋਜ਼ ਹੋ ਚੁੱਕਿਆ ਹੈ ਔਰ ਫਾਈਲ ਲਾਉਣ ਦਾ ਜਿਹੜਾ ਟਾਈਮ ਹੈ ਟਾਈਮ ਗੈਪ ਵੀ ਘੱਟ ਰਹਿ ਗਿਆ ਹੁਣ। ਬਿਲਕੁਲ ਗਗਨ ਜੀ, ਕੀ ਟਾਈਮ ਗੈਪ ਘੱਟ ਹੈ ਹੁਣ। ਦੂਜਾ ਬੱਚੇ ਨੇ GIC ਵੀ ਕਰਨੀ ਹੈ, ਆਫਰ ਲੈਟਰ ਵੀ ਆਉਣਾ ਹੈ। ਹਾਂ, ਪ੍ਰਾਈਵੇਟ ਕਾਲਜ ਦਾ ਆਫਰ ਲੈਟਰ 1-2 ਦਿਨ 'ਚ ਆ ਜਾਊਗਾ, ਤੁਹਾਡੀ GIC ਵੀ ਹੋ ਜਾਊਗੀ, 10 ਦਿਨ 'ਚ ਫਾਈਲ ਲੌਂਚ ਕਰ ਦੋਗੇ, ਪਰ ਅਗਸਤ ਚੜ੍ਹ ਚੁੱਕਿਆ ਹੈ।
ਅਗਸਤ ਚੜ ਚੁੱਕਿਆ, ਤੁਹਾਨੂੰ ਵੀਜ਼ਾ ਫਾਈਲਿੰਗ ਅੱਜ ਦੀ ਡੇਟ 'ਚ ਬਾਇਓਮੈਟ੍ਰਿਕ ਜਿਹੜੀ ਡੇਟ ਉਹ 3-3 ਮਹੀਨੇ ਬਾਅਦ ਦੀ ਮਿਲ ਰਹੀ ਹੈ। ਸੋ ਵੀਜ਼ਾ ਆਉਣ ਦੇ ਵਿੱਚ ਡਿਲੇ ਹੋ ਜਾਣੀ ਹੈ, ਉਹ ਕਿਤੇ ਨਾ ਕਿਤੇ ਤੁਹਾਡੀ ਰਿਫਿਊਜ਼ਲ ਦਾ ਕਾਰਨ ਬਣਨਾ ਹੈ। ਸੋ ਕੋਸ਼ਿਸ਼ ਕਰੋ ਕਿ ਜੇ ਅਪਲਾਈ ਕਰਨਾ ਤਾਂ ਜਨਵਰੀ ਇਨਟੇਕ ਲਈ ਕਰੋ, ਔਰ ਖਾਸ ਕਰਕੇ ਚੰਗੇ ਕੰਸਲਟੈਂਟ ਤੋਂ ਅਪਲਾਈ ਕਰੋ। ਬਿਲਕੁਲ। ਅੱਛਾ ਭਾਜੀ, ਤੁਸੀਂ ਯੂਕੇ ਦੀ ਗੱਲ ਕੀਤੀ ਹੈ, ਕੈਨੇਡਾ ਦੀ ਗੱਲ ਕਰੀ ਜਾਵੇ, ਇੱਕ ਆਪਾਂ ਕੋਈ ਵੀ ਚਲੋ ਕੋਰਸਿਸ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ, ਇੱਕ ਬੇਸਿਕ ਕੋਰਸ ਲੈ ਕੇ ਚੱਲੀਏ, ਇਹਦੇ ਵਿੱਚ ਤੁਸੀਂ ਕਿਹਾ ਕਿ 6 ਬੈਂਡ ਹੋਣੇ ਚਾਹੀਦੇ, ਇੱਕ 'ਚੋਂ 5.5 ਹੋ ਜਾਏ ਤਾਂ ਵੀ ਕੰਸੀਡਰ ਹੋ ਜਾਏਗਾ, ਚੱਲ ਜਾਏਗਾ। ਇਹਦੇ ਵਿੱਚ ਖਰਚਾ ਕੀ ਹੈ? ਕੈਨੇਡਾ ਦੀ ਜੇ ਆਪਾਂ ਗੱਲ ਕਰੀਏ ਗਗਨ ਜੀ, ਤਾਂ ਜਿਹੜੇ ਕਾਲਜਸ ਦੀ ਫੀਸ ਹੈ, ਮਿਨੀਮਮ ਜਿਹੜੀ ਫੀਸ ਹੈ ਕਾਲਜ ਦੀ $12,000 ਦੀ ਪਰ ਈਅਰ ਤੋਂ ਸਟਾਰਟ ਹੋ ਜਾਂਦੀ ਹੈ, ਮੈਕਸਿਮਮ $16-17,000 ਤੱਕ ਹੈ। ਡਿਪੈਂਡ ਕਰਦਾ ਬੱਚਾ ਬੈਚਲਰ ਡਿਗਰੀ ਕਰ ਰਿਹਾ, ਬੱਚਾ ਡਿਪਲੋਮਾ ਕਰ ਰਿਹਾ, ਜਾਂ ਬੱਚਾ ਐਡਵਾਂਸ ਡਿਪਲੋਮਾ ਕਰ ਰਿਹਾ, ਜਾਂ ਬੱਚਾ PG ਸਰਟੀਫਿਕੇਟ ਕਰ ਰਿਹਾ। ਸੋ $10,000 ਤੋਂ ਸਟਾਰਟ ਹੋ ਕੇ ਤੁਹਾਡੀ $16-17,000 ਤੱਕ ਫੀਸ ਹੈ। ਉਸ ਤੋਂ ਇਲਾਵਾ ਤੁਹਾਡੀ $10,250 ਜਿਹੜੀ ਹੈਗੀ ਡਾਲਰ ਉਹ GIC ਜਾਣੀ ਹੈ ਬੱਚੇ ਦੀ, 14-15,000 ਬੱਚੇ ਦੀ ਐਮਬੈਸੀ ਫੀਸ ਹੈ, 4 ਤੋਂ 5,000 ਦਾ ਮੈਡੀਕਲ ਹੈ। ਇਸ ਤੋਂ ਇਲਾਵਾ ਕੋਈ ਐਕਸਟਰਾ ਖਰਚਾ ਨਹੀਂਗਾ, ਕੋਈ ਇਹ ਨਹੀਂ ਕਿ ਵੱਡੇ ਖਰਚੇ ਹੋਣੇ। ਜਿਹੜੇ ਤੁਹਾਡੇ ਵੱਡੇ 2 ਮੇਜਰ ਖਰਚੇ ਨੇ ਉਹ GIC ਹੈ ਤੇ ਫੀਸ ਹੈ। GIC ਹੈ ਬੱਚੇ ਦਾ ਆਪਣਾ ਅਕਾਊਂਟ ਓਪਨ ਹੋਣਾ ਕੈਨੇਡਾ ਦੇ ਵਿੱਚ, ਉਹ ਬੱਚੇ ਨੂੰ ਪਰ ਮੰਥ ਉੱਥੇ ਵਾਪਸ ਮਿਲ ਜਾਣੇ, ਸਾਲ ਦੇ ਵਿੱਚ ਤੁਹਾਡਾ ਪੈਸਾ ਤੁਹਾਨੂੰ ਵਾਪਸ ਆ ਜਾਣਾ। ਉਹ ਇੱਕ ਤਰੀਕੇ ਦੇ ਆਪਾਂ ਨੂੰ ਜਿਵੇਂ ਕੈਨੇਡਾ 'ਚ ਫੰਡ ਨਹੀਂ ਸ਼ੋਅ ਕਰਨੇ ਪੈਂਦੇ, ਤਾਂ ਆਪਾਂ ਜਿਹੜੀ GIC ਫੰਡ ਨਾਲ ਲੈ ਕੇ ਜਾਣੇ ਆ, ਇਹੀ ਫਰਕ ਹੈ। ਅਦਰਵਾਈਜ਼ ਇਹ ਵੀ ਅੱਜ ਕੈਨੇਡਾ ਦੇ ਵਿੱਚ ਫੰਡਾਂ ਦੇ ਨਾਂ ਤੇ ਬੜੇ ਪੈਸੇ ਲਏ ਜਾ ਰਹੇ ਨੇ ਕਿ ਤੁਹਾਡੇ ਫੰਡ ਸ਼ੋਅ ਹੋਣੇ। ਸੋ ਕੈਨੇਡਾ 'ਚ ਫੰਡ ਸ਼ੋਅ ਕਰਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਤੁਸੀਂ ਬਿਨਾਂ ਫੰਡ ਸ਼ੋਅ ਕੀਤੇ ਆਪਣੀ GIC ਕਰਵਾਉਣੀ ਹੈ। $10,250 ਦੀ ਉਹ ਵੀ ਪੈਸੇ ਤੁਹਾਨੂੰ ਵਾਪਸ ਮਿਲ ਜਾਣੇ ਆ। ਸੋ ਬੱਚੇ ਦਾ ਖਰਚਾ ਕਿਤੇ ਨਾ ਕਿਤੇ ਕੀ ਹੈ, ਜੇ $15,000 ਵੀ ਫੀਸ ਗਈ ਤਾਂ ਬੱਚੇ ਦੀ 8 ਤੋਂ 9 ਲੱਖ ਸਾਲ ਦੀ ਫੀਸ ਹੀ ਖਰਚਾ। 20 ਲੱਖ ਰੁਪਏ ਦੇ ਵਿੱਚ ਮੈਨੂੰ ਲੱਗਦਾ ਕੈਨੇਡਾ ਦਾ ਹੋਇਆ। 15 ਤੋਂ 16 ਲੱਖ ਦੇ ਵਿੱਚ ਤੁਸੀਂ ਕੈਨੇਡਾ ਈਜ਼ੀਲੀ ਜਾ ਸਕਦੇ ਹੋ। 15 ਤੋਂ 16 ਉਹਦੇ ਵਿੱਚ ਉਹ ਤੁਹਾਡੀ GIC ਵਾਪਸ ਆ ਜਾਣੀ ਹੈ। ਅੱਛਾ ਜੀ, ਉਹ ਵਾਪਸ ਆ ਜਾਣੇ ਉੱਥੇ ਪਹੁੰਚ ਕੇ। 9 ਤੋਂ 10 ਲੱਖ ਦਾ ਖਰਚਾ। ਜਤਿੰਦਰ ਜੀ, ਇੱਕ ਇਹ ਵੀ ਥੋੜਾ ਜਿਹਾ ਸਮਝਾਓ ਬਹੁਤ ਸਰਲ ਸ਼ਬਦਾਂ ਦੇ ਵਿੱਚ। ਇਹ ਜਿਹੜੇ ਪੈਸੇ ਨੇ ਹੁਣ ਸਾਰੇ ਤਕਰੀਬਨ ਕਹਿਣ ਲੱਗ ਗਏ ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ, ਤੇ ਤੁਸੀਂ ਵੀ ਇਦਾਂ ਕਰਦੇ ਹੋ ਕਿ ਤੁਹਾਡਾ ਕੀ ਕ੍ਰਾਈਟੇਰੀਆ? ਬਿਲਕੁਲ, ਮੈਂ ਜਿਵੇਂ ਸਟਾਰਟਿੰਗ 'ਚ ਦੱਸਿਆ ਸੀ, ਪੈਕੇਜ ਅਸੀਂ ਵੀ ਕਰਦੇ ਹਾਂ, ਪਰ ਅਸੀਂ ਇਹ ਨਹੀਂ ਕਰਦੇ ਕਿ ਜੇ ਹੁਣ ਬੱਚਾ ਆਇਆ ਤੇ ਇਹਨੂੰ ਵੱਢ ਲਓ। ਕਾਰਨ ਕੀ ਹੈ ਕਿ ਜਿੱਥੇ ਕਦੇ ਵੀ ਜੋ ਕੰਮ ਕਰੋ ਤਾਂ ਮੈਨੂੰ ਲੱਗਦਾ ਜੈਨੂਇਨ ਕਰੋ, ਆਪਣੇ ਐਥਿਕਸ ਜਿੱਥੇ ਐਥਿਕਲੀ ਕੰਮ ਕਰਾਂਗੇ ਤੇ ਜ਼ਮੀਰ ਵੀ ਉੱਥੇ ਮੰਨਦਾ ਹੈ ਕਿ ਬੱਚਿਆਂ ਨੂੰ ਜੇ ਗਾਈਡੈਂਸ ਦਾ ਜਿੰਮਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਕਿਉਂਕਿ ਕਿਤੇ ਨਾ ਕਿਤੇ ਪਰਮਾਤਮਾ ਹਰ ਇੱਕ ਬੰਦੇ ਦਾ ਜਿਹੜਾ ਵੀ ਉਹ ਆਪ ਕਰਦਾ ਹੈ। ਬਿਲਕੁਲ, ਫਿਊਚਰ ਹੈ, ਮਾਪਿਆਂ ਦੀ ਮਿਹਨਤ ਲੱਗੀ ਹੈ, ਫਿਊਚਰ ਲੈ ਕੇ ਆਉਂਦਾ, ਹਾਰਡ ਐਂਡ ਜਿਹੜੀ ਕਮਾਈ ਹੁੰਦੀ ਹੈ ਉਹ ਕਰਕੇ ਸਾਡੇ ਕੋਲੇ ਪਹੁੰਚਦਾ ਹੈ। ਤੇ ਪੰਜਾਬ ਦਾ ਮੈਨੂੰ ਲੱਗਦਾ ਕਿ ਮੋਸਟਲੀ ਜਿਹੜਾ ਆਪਣਾ ਕਿਸਾਨੀ ਪਰਿਵਾਰ ਤੋਂ ਬੱਚਾ ਜਾ ਰਿਹਾ, ਸੋ ਜਿੱਥੇ ਮੈਨੂੰ ਲੱਗਦਾ ਕਿਸਾਨਾਂ ਨੂੰ ਸਪੋਰਟ ਕਰਨਾ, ਤਾਂ ਮੈਨੂੰ ਲੱਗਦਾ ਕਿ ਅੱਜ ਹਰੇਕ ਬੰਦੇ ਦੀ ਜ਼ੁਬਾਨ ਤੇ ਗੱਲ ਹੈ ਕਿ ਕਿਸਾਨੀ ਨੂੰ ਸਪੋਰਟ ਕਰਨਾ ਹੈ। ਸੋ ਸਾਡਾ ਵੀ ਐਕਸਪੋਰਟ ਕਰਨ ਦਾ ਤਰੀਕਾ ਲਾ ਲਓ, ਇਹ ਲਾ ਲਓ ਕਿ ਅਸੀਂ ਜਿਹੜੇ ਲੇਟੈਸਟ ਪਾਸ ਆਊਟ ਬੱਚੇ ਨੇ ਬਿਨਾਂ ਪ੍ਰੋਸੈਸਿੰਗ ਫੀਸ ਦੇ ਕੰਮ ਕਰ ਰਹੇ ਹਾਂ। ਸੋ ਗੱਲ ਕਰਦੇ ਹਾਂ ਕਿ ਜਿਹੜੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਗੱਲ ਹੈ। ਸੋ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਪੈਸੇ ਕੈਨੇਡਾ ਦੇਣਾ ਚਾਹੁੰਦੇ ਹੋ, GIC ਬੱਚਾ ਖੁਦ ਕਰਾਊਗਾ। ਫੀਸ ਜਿਹੜੀ ਹੋਊਗੀ ਉਸ ਤੋਂ ਇਲਾਵਾ ਜਿਹੜੇ ਕੰਪਨੀ ਦੇ ਨੋਮੀਨਲ ਚਾਰਜ ਨੇ, ਤੁਹਾਡੇ ਤੋਂ ਕੋਈ 3 ਜਾਂ 4 ਲੱਖ ਰੁਪਇਆ ਐਕਸਟਰਾ ਨਹੀਂ ਲਿਆ ਜਾਣਾ। ਤੁਸੀਂ ਘੱਟ ਖਰਚੇ ਦੇ ਨਾਲ ਵੀ ਪੈਕੇਜ ਕਰ ਸਕਦੇ ਹੋ, ਪਰ ਮੇਰੀ ਸਲਾਹ ਹਮੇਸ਼ਾ ਇਹ ਹੁੰਦੀ ਹੈ, ਤੁਹਾਡੇ ਬੈਂਡ ਚੰਗੇ ਨੇ, ਪੜ੍ਹਾਈ ਚੰਗੀ ਹੈ, ਤੁਸੀਂ ਪੈਕੇਜ ਨਾ ਕਰੋ। ਜੇ ਕਿਸੇ ਨੂੰ ਲੱਖ ਵੀ ਵੱਧ ਦੇਣਾ ਪੈ ਰਿਹਾ ਤਾਂ ਕਿਉਂ ਦੇ ਰਹੇ ਹੋ? ਬਿਲਕੁਲ ਸਹੀ ਗੱਲ ਹੈ। ਔਰ USA ਦਾ ਵੀ ਹੁਣ ਬਹੁਤ ਜ਼ਿਆਦਾ ਹੋ ਗਿਆ ਹੈ ਨਾ, ਕਿ ਪਹਿਲਾਂ ਤਾਂ ਵਿਜ਼ਟਰ ਹੁੰਦਾ ਸੀਗਾ ਜ਼ਿਆਦਾ ਲੋਕਾਂ ਨੂੰ ਕਿ ਕਰੇਜ਼ ਕੇ ਵਿਜ਼ਟਰ ਸਾਡਾ ਲੱਗ ਜਾਵੇ, ਤੇ ਹੁਣ ਸਟੱਡੀ ਵਾਲਾ ਵੀ ਉਹਨਾਂ ਨੇ ਕਰਤਾ ਵਧੀਆ ਤਰੀਕੇ ਓਪਨ, ਵਧੀਆ ਤਰੀਕੇ ਨਾਲ ਓਪਨ ਹੋਇਆ ਜੀ। ਕਾਫੀ ਖਾਸ ਗੱਲ ਇਹ ਹੈ ਕਿ ਜਿਹੜੀ ਕਾਫੀ ਯੂਨੀਵਰਸਿਟੀਆਂ ਜਿਹਨਾਂ ਨਾਲ ਅਸੀਂ ਡੀਲ ਕਰ ਰਹੇ ਹਾਂ, ਉਹਦੇ ਵਿੱਚ ਬੱਚੇ ਨੂੰ ਇਹ ਬੈਨੀਫਿਟ ਹੈ ਕਿ ਬੱਚੇ ਨੇ ਜਿਹੜੀ ਫੀਸ ਹੈ ਜਿਹੜੀ ਯੂਨੀਵਰਸਿਟੀ ਦੀ ਉਹ USA ਪਹੁੰਚ ਕੇ ਦੇਣੀ ਹੈ। ਇੰਡੀਆ ਤੁਹਾਨੂੰ ਏਜੰਟ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈਗੀ, ਕੋਈ ਟ੍ਰਾਂਸਫਰ ਕਰਾਉਣ ਦੀ ਲੋੜ ਨਹੀਂ। ਤੁਸੀਂ ਫਸਟ ਆਫ ਆਲ ਬੱਚੇ ਦੀ I-20 ਅਪਲਾਈ ਹੋਣੀ ਹੈ, ਉਹਦੇ ਚਾਰਜਸ ਨੋਮੀਨਲ ਜੇ ਹੈਗੇ 10-15,000 ਰੁਪਏ। ਉਸ ਤੋਂ ਇਲਾਵਾ ਸਰਕਾਰੀ ਫੀਸਾਂ ਦੇ ਸਰਵਿਸ ਫੀਸ ਬੱਚੇ ਦੀ ਜਾਣੀ ਹੈ, 12-13,000 ਰੁਪਏ ਬੱਚੇ ਦੀ ਐਮਬੈਸੀ ਫੀਸ, ਯਾਨੀ ਕਿ 40 ਤੋਂ 50,000 ਟੋਟਲ ਤੁਸੀਂ ਖਰਚਾ ਕਰਨਾ ਹੈ। ਤੁਹਾਡਾ ਐਮਬੈਸੀ 'ਚ ਇੰਟਰਵਿਊ ਹੋਣਾ ਹੈ, ਇੰਟਰਵਿਊ ਦੌਰਾਨ ਤੁਹਾਡਾ ਸਕਸੈਸਫੁਲ ਹੁੰਦਾ ਤਾਂ ਖਾਸ ਗੱਲ ਇੱਕ ਹੋਰ ਬੜੀ ਵਧੀਆ ਹੈ, ਤੁਹਾਡਾ ਰਿਜ਼ਲਟ ਮੌਕੇ ਤੇ ਹੈ। ਜੇ ਤੁਹਾਡਾ ਵੀਜ਼ਾ ਐਕਸੈਪਟ ਹੋਣਾ, ਵੀਜ਼ਾ ਤੁਹਾਨੂੰ ਮਿਲਣਾ ਹੈ, ਤੁਹਾਡੇ ਪਾਸਪੋਰਟ ਰੱਖ ਲਏ ਜਾਣੇ, ਅਦਰਵਾਈਜ਼ ਤੁਹਾਨੂੰ ਪਾਸਪੋਰਟ ਉੱਥੇ ਹੀ ਵਾਪਸ ਕਰ ਦਿੱਤੇ ਜਾਣੇ, ਜਿਵੇਂ ਵਿਜ਼ਟਰ ਦਾ ਸੀਗਾ ਸੇਮ ਉਹੀ ਪ੍ਰੋਸੈਸ ਹੈ। ਸੋ ਜੇ ਤੁਹਾਡਾ ਵੀਜ਼ਾ ਲੱਗਦਾ ਤਾਂ ਜਿਹੜੀ ਹੁਣ ਬੱਚਿਆਂ ਦਾ ਇਹ ਸਵਾਲ ਹੈ ਕਿ ਫੀਸ ਤਾਂ ਅਸੀਂ USA ਪਹੁੰਚ ਕੇ ਦੇ ਦਾਂਗੇ, ਪਰ ਇਹ ਤਾਂ ਨਹੀਂ ਉੱਥੇ ਜਾ ਕੇ 20 ਲੱਖ ਰੁਪਏ ਫੀਸ ਭਰਨੀ ਪਊਗੀ। ਸੋ ਉੱਥੇ ਜਾ ਕੇ ਜਿਹੜੀ ਫੀਸ ਹੈ ਤੁਹਾਡੀ $10,000 ਤੋਂ ਸਟਾਰਟ ਹੋ ਕੇ $17,000-18,000 ਤੱਕ ਫੀਸ ਹੈ ਜਿਹੜੀ ਯੂਨੀਵਰਸਿਟੀਜ਼ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ। ਸੋ ਉਹ ਜਿਹੜੀ ਫੀਸ ਹੈ ਤੁਸੀਂ ਇਕੱਠੀ ਨਹੀਂ ਦੇਣੀ, ਤੁਸੀਂ 3-3 4-4,000 ਕਰਕੇ ਵੀ ਦੇ ਸਕਦੇ ਹੋ, ਯਾਨੀ ਕਿ $10,000 ਤੋਂ $15,000 ਤੱਕ ਦੀ ਫੀਸ ਹੈ। ਈਜ਼ੀਲੀ ਤੁਸੀਂ ਇੰਸਟਾਲਮੈਂਟ 'ਚ ਵੀ ਫੀਸ ਦੇ ਸਕਦੇ ਹੋ। ਅੱਜ ਦੇ ਟਾਈਮ 'ਚ ਤੁਹਾਡੇ ਕੋਲ ਮੌਕਾ, ਜੇ 50% ਨੰਬਰ ਤੁਹਾਡੇ 12ਵੀਂ 'ਚ ਨੇ, 2-4-5 ਸਾਲ ਦਾ ਗੈਪ ਹੈ, ਗ੍ਰੈਜੂਏਸ਼ਨ ਕੀਤੀ ਹੈ, ਸਪਾਊਸ ਬੱਚਿਆਂ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਈਜ਼ੀਲੀ USA ਮੂਵ ਕਰ ਸਕਦੇ ਹੋ, ਕਿ ਅੱਜ ਜਿਹੜਾ ਵੀਜ਼ਾ ਰੇਸ਼ੋ ਹੈ ਕਿਤੇ ਨਾ ਕਿਤੇ ਉਹ ਬਹੁਤ ਜ਼ਿਆਦਾ ਹੈ। 3-4 ਸਾਲ ਪਹਿਲਾਂ ਵੀ USA ਦੇ ਵਿੱਚ ਕਾਫੀ ਬੱਚੇ ਅਪਲਾਈ ਕਰਦੇ ਸੀ, ਕੀ ਸੀਗਾ ਕਿ 100 ਬੱਚਾ ਅਪਲਾਈ ਕਰਦਾ ਸੀ, 10 ਵੀਜ਼ੇ ਆਉਂਦੇ ਸੀ। ਅੱਜ 10 ਵੀਜ਼ੇ ਅਪਲਾਈ ਹੁੰਦੇ ਤਾਂ ਵਿੱਚੋਂ 6-7 ਵੀਜ਼ੇ ਆ ਰਹੇ ਆ। ਮਤਲਬ ਇਹਦਾ ਇਹ ਹੈ ਕਿ ਜਿਹੜਾ ਸਕਸੈਸ ਰੇਟ ਉਹ ਬਹੁਤ ਵਧੀਆ, ਕਿਉਂਕਿ ਹਰੇਕ ਬੰਦੇ ਦਾ ਵੀਜ਼ਾ ਨਹੀਂ ਹੋਣਾ, ਇੰਟਰਵਿਊ ਬੇਸਡ ਵੀਜ਼ਾ ਹੈ। ਇੰਟਰਵਿਊ ਹਰੇਕ ਬੱਚੇ ਦੀ ਹੋਣੀ ਹੈ। ਇਹ ਨਾ ਸੋਚੋ ਜੇ ਇੰਗਲਿਸ਼ ਨਹੀਂ ਆਉਂਦੀ ਜਾਂ ਅੱਜ ਵਿਦਾਊਟ ਆਇਲਸ ਗੱਲ ਚੱਲ ਰਹੀ ਤਾਂ ਇਹ ਨਹੀਂ ਕਿ ਬਿਨਾਂ ਇੰਗਲਿਸ਼ ਤੋਂ ਵੀਜ਼ਾ ਆ ਜਾਊਗਾ। ਇੰਟਰਵਿਊ ਪੰਜਾਬੀ ਜਾਂ ਹਿੰਦੀ 'ਚ ਨਹੀਂ ਹੋਣਾ, ਇੰਟਰਵਿਊ ਇੰਗਲਿਸ਼ 'ਚ ਹੋਣਾ, ਔਰ ਤੁਹਾਨੂੰ ਪ੍ਰੋਪਰ ਜਿਹੜੀ ਹੈਗੀ ਆ ਪ੍ਰੈਪਰੇਸ਼ਨ ਉਹਦੀ ਕਰਨੀ ਪੈਣੀ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੀ ਯੂਨੀਵਰਸਿਟੀ ਪੜ੍ਹਨ ਜਾ ਰਹੇ ਹੋ, ਕਿਹੜਾ ਕੋਰਸ ਚੂਜ਼ ਕੀਤਾ, ਕਿਹੜੀ ਤੁਸੀਂ ਸਿਟੀ 'ਚ ਜਾ ਰਹੇ ਹੋ।
ਪਾਰਟਿਕੂਲਰ ਕੋਰਸ ਕਿਉਂ ਚੂਜ਼ ਕੀਤਾ ਠੀਕ ਹੈ ਜਤਿੰਦਰ ਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਬਹੁਤ ਇੰਪੋਰਟੈਂਟ ਚੀਜ਼ਾਂ ਹੁੰਦੀਆਂ ਨੇ ਮੈਨੂੰ ਲੱਗਦਾ, ਪਰ ਇਹਦੇ ਬਾਰੇ ਗੱਲ ਇੰਟਰਵਿਊਆਂ ਦੇ ਵਿੱਚ ਵੀ ਬਹੁਤ ਘੱਟ ਹੁੰਦੀ ਹੈ ਤੇ ਜਿਹੜੇ ਕੰਸਲਟੈਂਟ ਹੈਗੇ ਨੇ ਉਹ ਵੀ ਬਹੁਤ ਘੱਟ ਦੱਸਦੇ ਨੇ। ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਕੋਰਸ ਪਤਾ ਹੋਣਾ ਚਾਹੀਦਾ, ਉਹ ਪੁੱਛਦੇ ਨੇ ਔਰ ਬਹੁਤ ਲੋਕੀ ਇੱਥੋਂ ਮਾਰ ਖਾ ਜਾਂਦੇ ਨੇ। ਇਹਦੇ ਬਾਰੇ ਪ੍ਰਪੇਅਰ ਕਰਾਉਂਦੇ ਹੋ ਤੁਸੀਂ? ਬਿਲਕੁਲ, ਅਸੀਂ ਜਿਹੜਾ ਬੱਚੇ ਨੂੰ ਅਸੀਂ USA ਦੇ ਵੀਜ਼ਾ ਲਈ ਇੰਟਰਵਿਊ ਤਿਆਰ ਕਰਾਵਾਂਗੇ, ਪਹਿਲਾਂ ਅਸੀਂ ਬੱਚੇ ਨੂੰ ਪ੍ਰੈਪਰੇਸ਼ਨ ਖੁਦ ਪੂਰੀ ਕਰਾਵਾਂਗੇ। ਜਦੋਂ ਸਾਨੂੰ ਲੱਗੂਗਾ ਕਿ ਸਾਡੇ ਪੈਮਾਨੇ ਤੇ ਬੱਚਾ 100% ਖਰਾ ਉਤਰੇਗਾ, ਉਹਨੂੰ ਫਿਰ ਐਮਬੈਸੀ ਦੀ ਅਪਾਇੰਟਮੈਂਟ ਦੇਣੀ ਹੈ ਬੱਚੇ ਨੂੰ, ਤਾਂ ਬੱਚਾ ਉੱਥੇ ਜਾ ਕੇ ਇੰਟਰਵਿਊ ਦੇਊਗਾ। ਕਿਉਂਕਿ ਕਾਰਨ ਕੀ ਹੈ, ਅੱਜ ਬੱਚੇ ਨੂੰ ਤੋਂ ਕਿਹਾ ਕਿ ਤੇਰਾ MBA ਕੋਰਸ ਹੈ, ਤੇਰੀ ਫਲਾਣੀ ਯੂਨੀਵਰਸਿਟੀ ਹੈ, ਫਲਾਣਾ ਤੇਰਾ ਸ਼ਹਿਰ ਹੈ, ਉੱਥੇ ਜਾ ਕੇ ਉਹਨੂੰ ਪੁੱਛਿਆ ਕਿ MBA ਕਿਹੜਾ ਕੋਰਸ ਤੁਹਾਡਾ, ਬੱਚੇ ਨੇ ਕਹਿ ਦੇਣਾ ਕਿ MBA ਕੋਰਸ ਕੀਤਾ ਹੈ। ਤੁਸੀਂ MBA ਇਸ ਯੂਨੀਵਰਸਿਟੀ ਕੀਤਾ, ਦੂਜੀ ਯੂਨੀਵਰਸਿਟੀ ਕਿਉਂ ਨਹੀਂ ਕੀਤਾ? ਜਾਂ MBA ਤਾਂ ਇੰਡੀਆ 'ਚ ਵੀ ਹੁੰਦੀ ਹੈ, ਜਾਂ ਤੁਸੀਂ MBA ਅੱਗੇ ਕਿਹੜੀ ਕਰ ਰਹੇ ਹੋ, ਮਾਰਕੀਟਿੰਗ ਦੀ ਕਰ ਰਹੇ ਹੋ, ਫਾਈਨਾਂਸ ਦੀ ਕਰ ਰਹੇ ਹੋ, ਤੁਸੀਂ ਟੈਲੀ ਕਮਿਊਨੀਕੇਸ਼ਨ ਦੀ ਕਰ ਰਹੇ ਹੋ, ਜਾਂ ਤੁਸੀਂ ਉਹਦੇ ਵਿੱਚ ਮੋਡਿਊਲ ਕੀ ਨੇ ਕੋਰਸ ਦੇ, ਬੱਚੇ ਨੂੰ ਐਲੈਬੋਰੇਟ ਕਰਨਾ ਪ੍ਰੋਪਰ ਹੋਣਾ ਚਾਹੀਦਾ ਹੈ। ਲਾਸਟ ਕੁਝ ਟਾਈਮ ਪਹਿਲਾਂ ਇੱਕ ਬੱਚੇ ਤੋਂ ਕੁਐਸਚਨ ਕੀਤਾ ਗਿਆ ਸੀਗਾ ਕਿ ਤੁਸੀਂ ਕਿਹੜੀ ਯੂਨੀਵਰਸਿਟੀ ਸਰਚ ਕੀਤੀ, ਸੋ ਬੱਚੇ ਨੇ 2 ਯੂਨੀਵਰਸਿਟੀ ਦੱਸੀਆਂ, ਉਹ ਤੋਂ ਕੁਐਸਚਨ ਪੁੱਟ ਕੀਤਾ ਕਿ ਤੁਹਾਡੀ ਜਿਹੜੀ ਯੂਨੀਵਰਸਿਟੀ ਦੀ ਵੈਬਸਾਈਟ ਸੀ ਉਹਦਾ ਕਲਰ ਕੀ ਸੀ। ਸੋ ਜਿਹੜੇ ਬੱਚੇ ਨੇ ਜੇ ਸਰਚ ਕੀਤਾ ਹੋਊਗਾ ਤਾਂ ਉਹਨੂੰ ਬੱਚੇ ਨੂੰ ਪਤਾ ਵੀ ਹੋਊਗਾ। ਸੋ ਜਾਣ ਤੋਂ ਪਹਿਲਾਂ ਇਹ ਟਰਾਈ ਕਰੋ, ਜੇ ਇੰਟਰਵਿਊ ਦੀ ਤਿਆਰੀ ਕਰਨੀ ਹੈ ਪ੍ਰੋਪਰ ਕਰਕੇ ਜਾਓ, ਰੱਟਾ ਨਾ ਮਾਰੋ, ਪ੍ਰੋਪਰ ਰਿਸਰਚ ਕਰੋ ਆਪਣੇ ਕੋਰਸ ਤੇ, ਕੋਰਸ ਕੰਟੈਂਟ ਤੇ, ਮੋਡਿਊਲਸ ਤੇ, ਪਿਛਲੀ ਸਾਰੀ ਸਟੱਡੀ ਦਾ ਪਤਾ ਹੋਣਾ ਚਾਹੀਦਾ ਹੈ, ਅੱਗੇ ਜਾ ਕੇ ਕੀ ਕਰਨਾ, ਸਟੱਡੀ ਦੇ ਆਊਟਕਮ ਕੀ ਆਉਣੇ ਨੇ, ਜੌਬਸ ਕਿੱਥੇ ਮਿਲਣੀਆਂ ਨੇ। ਜ਼ਰੂਰੀ ਤਾਂ ਨਹੀਂ ਤੁਸੀਂ ਉੱਥੇ ਜੌਬ ਕਰਨੀ ਹੈ, ਕਿਸੇ ਹੋਰ ਕੰਟਰੀ ਵੀ ਜੌਬ ਕਰ ਸਕਦੇ ਹੋ। ਸਾਰੇ ਆਊਟਕਮ ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਤੁਹਾਨੂੰ ਟਿਪਸ ਤੇ ਯਾਦ ਹੋਣਾ ਚਾਹੀਦਾ ਕਿ ਤੁਸੀਂ ਕਿਉਂ USA ਅਪਲਾਈ ਕੀਤਾ। ਠੀਕ ਹੈ ਜਤਿੰਦਰ ਜੀ, ਜੇਕਰ ਕਿਸੇ ਨੇ ਸੰਪਰਕ ਕਰਨਾ ਹੋਏ ਤੁਹਾਡੇ ਨਾਲ, ਕੋਈ ਆਪਣੀ ਮੇਲ ID, ਕੋਈ ਕੰਟੈਕਟ ਜਾਂ ਤੁਹਾਡਾ ਐਡਰੈਸ ਵਗੈਰਾ ਜ਼ਰੂਰ ਸਾਂਝਾ ਕਰੋ, ਕਿਉਂਕਿ ਬਿਲਕੁਲ ਗਗਨ ਜੀ, ਸਾਡਾ ਬਹੁਤ ਸਹੂਲਤ ਮਿਲੇਗੀ। ਨੰਬਰ ਜਿਹੜਾ ਹੈਗਾ ਉਹ ਹੈਗਾ 7696210210। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ, WhatsApp ਮੈਸੇਜ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈਗੀ www.educationabroadconsultants.com। ਉੱਥੇ ਜਾ ਕੇ ਤੁਸੀਂ ਜਿਹੜੀ ਆਨਲਾਈਨ ਕੰਸਲਟੇਸ਼ਨ ਹੈ ਉਹ ਵੀ ਬੁੱਕ ਕਰ ਸਕਦੇ ਹੋ, ਘਰੇ ਬੈਠੇ ਵੀ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਨਾਲ ਦੀ ਨਾਲ ਸਾਡਾ ਫੇਸਬੁੱਕ ਪੇਜ ਹੈ ਐਜੂਕੇਸ਼ਨ ਅਬਰੋਡ ਕੰਸਲਟੈਂਟਸ ਦੇ ਨਾਮ ਤੋਂ, ਇੰਸਟਾਗ੍ਰਾਮ ਪੇਜ ਆ ਸੇਮ ਨਾਮ ਤੋਂ, ਤੁਸੀਂ ਫੋਲੋ ਕਰ ਸਕਦੇ ਹੋ, YouTube ਪੇਜ ਫੋਲੋ ਕਰ ਸਕਦੇ ਹੋ। ਨਵੀਆਂ ਜਿਹੜੀਆਂ ਅਪਡੇਟਸ ਹੁੰਦੀਆਂ ਨੇ, ਨਵੇਂ ਜਿਹੜੇ ਵੀਜ਼ਾ ਹੁੰਦੇ ਨੇ ਬੱਚਿਆਂ ਦੇ ਫੀਡਬੈਕ ਹੁੰਦੇ ਨੇ, ਚਾਹੇ ਉਹ ਬੱਚੇ ਇੱਥੇ ਨੇ ਜਾਂ ਜਿਹੜੇ ਬੱਚੇ ਬਾਹਰ ਚਲੇ ਗਏ ਨੇ, ਉਹਨਾਂ ਬੱਚਿਆਂ ਦੇ ਫੀਡਬੈਕ ਵੀ ਅਸੀਂ ਸ਼ੇਅਰ ਕਰਦੇ ਰਹੇ ਨੇ। ਸੋ ਸਾਰੀ ਜਾਣਕਾਰੀ ਦੇ ਲਈ ਸਾਡੇ ਪੇਜ ਫੋਲੋ ਕਰ ਸਕਦੇ ਹੋ। ਤਾਂ ਬਿਲਕੁਲ ਇਹ ਗੱਲਬਾਤ ਕੀਤੀ ਹੈ ਜੀ ਐਜੂਕੇਸ਼ਨ ਅਬਰੋਡ ਕੰਸਲਟੈਂਸੀ ਤੋਂ ਜਤਿੰਦਰ ਜੀ ਸੀ ਸਾਡੇ ਨਾਲ। ਤਾਂ ਤਕਰੀਬਨ ਹਰ ਤਰ੍ਹਾਂ ਦੀ ਉਹ ਗੱਲ ਕੀਤੀ ਹੈ ਜੋ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ, ਜਿਸ ਦੇ ਨਾਲ ਤੁਹਾਨੂੰ ਫਾਇਦਾ ਹੋ ਸਕਦਾ, ਚਾਹੇ ਉਹ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵਾਲੇ ਦੀ ਗੱਲ ਹੋਵੇ ਜਾਂ ਹੋਰ ਤਰ੍ਹਾਂ ਦੇ ਜਿਹੜੇ ਵੀ ਸਬਜ਼ ਬਾਗ ਦਿਖਾਏ ਜਾਂਦੇ ਨੇ। ਤਾਂ ਤਮਾਮ ਤਰ੍ਹਾਂ ਦੀ ਗੱਲਾਂ ਕੀਤੀਆਂ ਨੇ, ਬਿਲਕੁਲ ਕਲੈਰਿਟੀ ਦੇ ਨਾਲ ਕੀਤੀਆਂ ਨੇ, ਪੂਰੀ ਟਰਾਂਸਪੇਰੈਂਟ ਗੱਲ ਕੀਤੀ ਹੈ। ਤੇ ਆਸ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਿਹੜੀ ਇੰਟਰਵਿਊ ਆ ਪਸੰਦ ਆਏਗੀ ਤੇ ਤੁਹਾਡੇ ਲਈ ਕਾਫੀ ਜ਼ਿਆਦਾ ਨੌਲੇਜ ਦੇ ਵਿੱਚ ਵੀ ਵਾਧਾ ਕਰੇਗੀ। ਔਰ ਜੇਕਰ ਤੁਸੀਂ ਵੀ ਬਹੁਤ ਸਹੀ ਤਰੀਕੇ ਦੇ ਨਾਲ, ਜੈਨੂਅਨ ਤਰੀਕੇ ਦੇ ਨਾਲ, ਘੱਟ ਪੈਸਿਆਂ ਦੇ ਵਿੱਚ UK, ਕੈਨੇਡਾ ਜਾਂ ਫਿਰ USA ਜਾਣਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ। ਥੱਲੇ ਨੰਬਰ ਵੀ ਸਕਰੋਲ ਦੇ ਵਿੱਚ ਹੈਗੇ ਨੇ। ਤੇ ਇਸ ਦੇ ਨਾਲ ਹੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਧੰਨਵਾਦ।